ਜਿਵੇਂ ਕਰੋਨਾ ਵਾਇਰਸ ਕਰਕੇ ਗਰੀਬ ਜਿਹੜਾ ਤਬਕਾ ਹੈ ਉਹਨਾਂ ਵੱਲ ਤਾਂ ਤਕਰੀਬਨ ਧਿਆਨ ਸਾਰਿਆਂ ਦਾ ਗਿਆ ਹੀ ਜਿਹੜਾ ਕਿਉਂਕਿ ਉਹ ਹਰੇਕ ਸੋਚਦਾ ਵੀ ਕੋਈ ਗਰੀਬ ਭੁੱਖਾ ਨਾ ਰਹਿ ਜੇ। ਦੂਸਰੇ ਪਾਸੇ ਜਿਹੜੇ ਪ੍ਰਚਾਰਕ ਸੀਗੇ ਜਿਹੜੇ ਛੋਟੇ ਘਰਾਂ ਦੇ ਵਿੱਚ ਉੱਠ ਕੇ ਕਾਰੋਬਾਰ ਹੀ ਕਹਿ ਸਕਦੇ ਉਹਨਾਂ ਦਾ ਇੱਕ ਤਰ੍ਹਾਂ ਦਾ ਕਾਰੋਬਾਰ ਸੀਗਾ, ਪਰ ਉਹਨਾਂ ਵੱਲ ਧਿਆਨ ਘੱਟ ਜਾ ਰਿਹਾ। ਲੱਗਦਾ ਨਹੀਂਗਾ ਕਿ ਉਹ ਸ਼ਰਮ ਦੇ ਮਾਰੇ ਮੰਗ ਨਹੀਂ ਰਹੇ ਹੋਣੇ। ਜੀ ਗ੍ਰੰਥੀ ਸਿੰਘ ਨੂੰ ਕਹਿੰਦੇ ਗੁਰੂ ਕਾ ਵਜ਼ੀਰ ਆ, ਪਰ ਅੱਜ ਵੇਖਿਆ ਜਾਵੇ ਗ੍ਰੰਥੀ ਸਿੰਘ ਦਾ ਹਾਲ ਆ ਜਿਹੜਾ ਉਹ ਇੱਕ ਚੌਂਕੀਦਾਰ ਨਾਲੋਂ ਵੀ ਭੈੜਾ। 10,000 ਤਾਂ ਕਿਸੇ ਪਿੰਡ 'ਚ ਹੋਊ ਗ੍ਰੰਥੀ ਸਿੰਘਾਂ ਦੀ ਪਿੰਡਾਂ 'ਚ ਤਨਖਾਹ, ਨਹੀਂ ਤਾਂ 3,000 4,000 ਤੇ ਗੁਰਦੁਆਰਿਆਂ ਤੇ ਅਸੀਂ ਕਰੋੜਾਂ ਰੁਪਈਆ ਜ਼ਰੂਰ ਲਾਤਾ। ਗੁਰੂ ਘਰ ਸੋਹਣੇ ਹੋਣੇ ਚਾਹੀਦੇ ਆ, ਬਿਲਡਿੰਗਾਂ ਸੋਹਣੀਆਂ ਹੋਣੀਆਂ ਚਾਹੀਦੀਆਂ, ਪਰ ਜਿਹੜਾ ਸਿੱਖੀ ਦਾ ਪ੍ਰਚਾਰ ਬਿਲਡਿੰਗ ਨੇ ਨਹੀਂ ਕਰਨਾ, ਸਿੱਖੀ ਦਾ ਪ੍ਰਚਾਰ ਗ੍ਰੰਥੀ ਸਿੰਘ ਨੇ ਕਰਨਾ। ਅੱਜ ਗ੍ਰੰਥੀ ਸਿੰਘ ਦੀ ਹਾਲਤ ਇਹ ਹੋ ਗਈ ਕਿ ਗ੍ਰੰਥੀ ਸਿੰਘ ਕਹਿੰਦਾ ਕਿ ਮੇਰਾ ਬੱਚਾ ਉਹਨੂੰ ਮੈਂ ਪੜ੍ਹਾ ਲਿਖਾ ਕੇ ਹੋਰ ਕਿਸੇ ਡਾਕਟਰ ਬਣਾਵਾਂ, ਇੰਜੀਨੀਅਰ ਬਣਾਵਾਂ, ਕੋਈ ਹੋਰ ਕਾਰੋਬਾਰ ਕਿਸੇ ਕਿੱਤੇ ਵਿੱਚ ਲਾਵਾਂ, ਪਰ ਗ੍ਰੰਥੀ ਨਹੀਂ ਬਣਾਵਾਂਗਾ। ਜੇ ਗ੍ਰੰਥੀ ਸਿੰਘ ਨੂੰ ਸੁਖਮਨੀ ਸਾਹਿਬ ਦਾ 500 ਦੇਣ ਲੱਗਿਆ ਸਾਡੀ ਜਾਨ ਨਿਕਲ ਜਾਂਦੀ ਹੈ, ਤੇ ਗਾਉਣ ਵਾਲੀ ਉੱਤੋਂ ਦੀ 500 ਦੇ ਨੋਟ ਸੁੱਟਦੇ ਆ ਤੇ ਗੱਲਾਂ ਕਰਦੇ ਮੇਰੇ ਵਰਗੇ ਵੱਡੇ ਰਾਜ ਕਰੇਗਾ ਖਾਲਸਾ। ਜਿਵੇਂ ਸਿੱਖ ਦੇ ਬੱਚੇ ਜਿਹੜੇ ਉਹ ਜ਼ਿਆਦਾਤਰ ਮੋਨੇ ਨੇ, ਵਾਲ ਕਤਲ ਕਰਾ ਕੇ ਰੱਖਦੇ ਨੇ, ਹੋਰ ਵੀ ਅਨੇਕਾਂ ਗੱਲਾਂ ਉਹਨਾਂ ਦੇ ਸਾਹਮਣੇ ਲੱਚਰ ਗਾਇਕੀ ਨੂੰ ਪ੍ਰਮੋਟ ਕਰ ਰਹੇ ਨੇ। ਸਿੱਖੀ ਵੱਲ ਧਿਆਨ ਨਹੀਂ ਗਾ, ਗੁਰਦੁਆਰੇ ਜਾ ਕੇ ਖੁਸ਼ ਨਹੀਂ ਗਏ, ਸੇਵਾ ਭਾਵਨਾ ਨਹੀਂ ਹੈਗੀ। ਸਾਨੂੰ ਈਸਾਈ ਮਿਸ਼ਨਰੀ ਪ੍ਰਚਾਰਕਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਜਿਹੜੇ ਗੋਰੇ ਲੋਕ, ਈਸਾਈ ਲੋਕ, ਉਹਨਾਂ ਦੇ ਜਿਹੜੇ ਪ੍ਰਚਾਰਕ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ, ਉਹਨਾਂ ਦਾ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਚੱਲਦੇ ਆ, ਤੇ ਸਾਨੂੰ ਵੀ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਅਸੀਂ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਜਿਹੜਾ ਮਾਣ ਸਤਿਕਾਰ ਤੇ ਲੋੜਾਂ ਪੂਰੀਆਂ ਕਰੀਏ। ਇਹ ਵੀ ਇੱਕ ਸ਼ਰਮਿੰਦਗੀ ਵਾਲੀ ਗੱਲ ਕਿ ਸਾਡੀਆਂ ਐਡੀਆਂ ਵੱਡੀਆਂ ਸ਼੍ਰੋਮਣੀ ਸੰਸਥਾਵਾਂ, ਸਾਡਾ ਐਡਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਕਿ ਸਾਨੂੰ ਵਧੀਆ ਹਸਪੀਟਲ ਬਣਾਉਣੇ ਚਾਹੀਦੇ ਆ। ਸਾਰਾ ਕੁਝ ਜੋ ਕੁਝ ਹੋ ਰਿਹਾ, ਜਿਵੇਂ ਗ੍ਰੰਥੀ ਸਿੰਘਾਂ ਨੂੰ ਮਾਨ ਸਤਿਕਾਰ ਨਹੀਂ ਮਿਲ ਰਿਹਾਗਾ, ਸਭ ਤੋਂ ਜ਼ਿੰਮੇਵਾਰ ਅਸਲ ਦੋਸ਼ੀ ਕੌਣ ਹੈ ਕਿ ਸਿੱਖੀ ਦਾ ਪ੍ਰਚਾਰ ਜਾਂ ਸਿੱਖੀ ਦੀ ਬਾਂਹ ਫੜਨ ਵਾਲਾ ਅਸਲ ਦੋਸ਼ੀ ਕੌਣ ਹੈ ਜਿਹਨੇ ਫੜੀ ਨਹੀਂ ਇਸ ਟਾਈਮ 'ਚ? ਅੱਜ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਅਹੁਦੇਦਾਰ ਆ, ਜੇ ਸਿੱਖੀ ਲਈ ਚੰਗਾ ਹੋ ਰਿਹਾ ਤੇ ਉਹ ਵਧਾਈ ਦੇ ਪਾਤਰ ਹੋਣਗੇ, ਜੇ ਸਿੱਖ ਕੌਮ ਲਈ ਕੁਝ ਮਾੜਾ ਹੋ ਰਿਹਾ ਤੇ ਉਹਦੀ ਉਹ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ। ਇਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ। ਜਿਵੇਂ ਕਿ ਪੂਰੇ ਸੰਸਾਰ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਰੋਨਾ ਜਿਹੜੀ ਵਾਇਰਸ ਦੀ ਨਾਮ ਦੀ ਬਿਮਾਰੀ ਆਈ ਸੀ, ਕੋਵਿਡ-19, ਉਹਦੇ ਕਰਕੇ ਦਹਿਸ਼ਤ ਦਾ ਮਾਹੌਲ ਬਣਿਆ ਹੈ। ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਸਾਰਿਆਂ ਦੇ ਜਿਹੜੇ ਕਾਰੋਬਾਰ ਸੀ ਉਹ ਰੁਕ ਚੁੱਕੇ ਨੇ, ਜਿਸ ਕਰਕੇ ਉਹ ਕਾਰੋਬਾਰ ਇਸ ਕਰਕੇ ਰੁਕੇ ਗਏ ਸੀ ਕਿ ਤਾਂ ਜੋ ਬਿਮਾਰੀ ਇੱਕ ਦੂਸਰੇ ਤੋਂ ਇੱਕ ਨਾ ਫੈਲ ਸਕੇ, ਜਿਸ ਕਿਸੇ ਨੂੰ ਵੀ ਕੀ ਉਹਦਾ ਪ੍ਰੋਪਰ ਇਲਾਜ ਹੋ ਸਕੇ। ਪਰ ਇਸ ਕਰਕੇ ਜਿਹੜੇ ਗਰੀਬ ਤਬਕਾ ਸੀ ਉਹਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਸਮੱਸਿਆ ਆਈ ਸੀਗੀ, ਕਿਉਂਕਿ ਉਹਨਾਂ ਦਾ ਜਿਹੜਾ ਰੋਜ਼ਮਰ੍ਹਾ ਦੀ ਜ਼ਿੰਦਗੀ ਜਿਉਣਾ ਸੀਗਾ, ਦਿਹਾੜੀ ਦੱਪਾ ਸੀਗਾ, ਰੇਹੜੀ ਫੜੀ ਦਾ ਕੰਮ ਸੀਗਾ, ਜਾਂ ਜਿਵੇਂ ਝੁੱਗੀਆਂ ਝੌਂਪੜੀਆਂ ਦਾ ਕੁਛ ਕਾਰੋਬਾਰ ਹੁੰਦੇ ਨੇ, ਉਹ ਸਾਰੇ ਰੁਕ ਗਏ ਸੀ। ਇਸ ਦੇ ਨਾਲ ਹੀ ਉਹਨਾਂ ਦੀ ਤਾਂ ਕੁਝ ਜਥੇਬੰਦੀਆਂ ਨੇ, ਚਾਹੇ ਉਹ ਸਿੱਖ ਜਥੇਬੰਦੀਆਂ ਹੋਣ ਚਾਹੇ ਹੋਰ ਜਥੇਬੰਦੀਆਂ, ਉਹਨਾਂ ਨੇ ਬਾਂਹ ਫੜੀ, ਉਹਨਾਂ ਦੀ ਦੇਖਭਾਲ ਕੀਤੀ, ਉਹਨਾਂ ਤੱਕ ਲੰਗਰ ਪੁੱਜਦਾ ਕੀਤਾ। ਸਰਕਾਰਾਂ ਨੇ ਵੀ ਜਿਹੜਾ ਰਾਸ਼ਨ ਸੀਗਾ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਯਤਨ ਕੀਤੇ, ਜਿਸ ਕਰਕੇ ਉਹ ਕੋਈ ਵੀ ਆਪਦੇ ਘਰ ਵਿੱਚ ਭੁੱਖਾ ਨਾ ਬੈਠ ਸਕੇ। ਕੁਝ ਅਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਭੁੱਖਮਰੀ ਦੀ ਜ਼ਿੰਦਗੀ ਜਿਉਂ ਰਹੇ ਹੁੰਦੇ ਨੇ, ਪਰ ਉਹ ਕੋਈ ਪ੍ਰੋਫੈਸ਼ਨਲ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਉਹਨਾਂ ਤੱਕ ਕਿਸੇ ਦਾ ਧਿਆਨ ਤੱਕ ਨਹੀਂ ਜਾਂਦਾ, ਉਹਨਾਂ ਤੱਕ ਪਹੁੰਚ ਤੱਕ ਨਹੀਂ ਜਾਂਦੀ। ਸਾਰੇ ਲੋਕ ਇਹੀ ਸੋਚਦੇ ਨੇ, ਅੱਗੇ ਪਿੱਛੇ ਵੀ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਚਿੱਟੇ ਸੂਟਾਂ ਵਾਲੇ ਦੇ ਨਾਮ 'ਤੇ ਹੀ ਜਾਣਿਆ ਜਾਂਦਾ ਕਿ ਇਹਨਾਂ ਦੇ ਚਿੱਟੇ ਕੱਪੜੇ ਪਾਏ ਹੁੰਦੇ ਨੇ, ਨਾ ਕਿਸ ਚੀਜ਼ ਦੀ ਕਮੀ। ਪਰ ਉਹ ਲੋਕ ਹੈਗੇ ਨੇ ਕੁਝ ਜਿਵੇਂ ਗ੍ਰੰਥੀ ਸਿੰਘ ਹੁੰਦੇ ਨੇ ਜਿਹੜੇ ਘਰਾਂ ਦੇ ਵਿੱਚ ਪਾਠ ਕਰਦੇ ਨੇ, ਆਪਦਾ ਕਾਰੋਬਾਰ ਕਰਦੇ ਨੇ। ਕੁਝ ਕੀਰਤਨੀਏ ਸਿੰਘ ਹੁੰਦੇ ਨੇ ਜਿਹੜੇ ਫੰਕਸ਼ਨਾਂ 'ਤੇ ਜਿਵੇਂ ਛੋਟੇ-ਮੋਟੇ ਭੋਗ ਆਉਂਦੇ ਨੇ, ਉਹਨਾਂ 'ਤੇ ਜਾ ਕੇ ਆਪਦਾ ਜਿਹੜਾ ਰੁਜ਼ਗਾਰ ਚਲਾਉਣ ਲਈ ਉੱਥੇ ਬਾਣੀ ਸਰਵਣ ਕਰਦੇ ਨੇ, ਸੁਣਾਉਂਦੇ ਨੇ ਲੋਕਾਂ ਨੂੰ, ਅਤੇ ਫਿਰ ਆਪਦੇ ਘਰ ਦੇ ਵਿੱਚ ਜਿਹੜਾ ਰੁਜ਼ਗਾਰ ਲੈ ਕੇ ਆਉਂਦੇ ਨੇ। ਕੁਛ ਉੱਥੇ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਜਾਂ ਉੱਥੋਂ ਜਿਹੜੀ ਉਹਨਾਂ ਨੂੰ ਮਾਇਆ ਅਗਲੇ ਘਰ ਵੱਲੋਂ ਭੇਟ ਕੀਤੀ ਜਾਂਦੀ, ਉਹ ਵੀ ਜਿਵੇਂ 2100 3100 ਅਜਿਹਾ ਕੁਛ ਜਿਹੜੇ 3-4 ਜਣੇ ਹੁੰਦੇ ਨੇ, ਕੁਝ ਗੱਡੀਆਂ ਦਾ ਪੈਟਰੋਲ ਤੱਕ ਫੂਕ ਜਾਂਦੇ ਨੇ, ਪਰ ਉਹਨਾਂ ਵੱਲ ਕਿਸੇ ਦਾ ਧਿਆਨ ਤੱਕ ਨਹੀਂ ਜਾਂਦਾ। ਇਸ ਕਰਕੇ ਇਸ ਮਸਲੇ 'ਤੇ ਸਾਡੇ ਨਾਲ ਪ੍ਰਚਾਰਕ ਜੁੜੇ ਨੇ ਭਾਈ ਅਵਤਾਰ ਸਿੰਘ ਸਾਧਾਂ ਵਾਲੇ, ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਸਾਰੀ ਜਾਣਕਾਰੀ ਲੈਂਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਜਿਵੇਂ ਹੁਣ ਆਪਾਂ ਗੱਲ ਕੀਤੀ ਸੀ ਕਿ ਜਿਵੇਂ ਕਰੋਨਾ ਵਾਇਰਸ ਕਰਕੇ ਗਰੀਬ ਜਿਹੜਾ ਤਬਕਾ ਹੈ ਉਹਨਾਂ ਵੱਲ ਤਾਂ ਤਕਰੀਬਨ ਧਿਆਨ ਸਾਰਿਆਂ ਦਾ ਗਿਆ ਹੀ ਜਿਹੜਾ ਕਿਉਂਕਿ ਉਹ ਹਰੇਕ ਸੋਚਦਾ ਵੀ ਕੋਈ ਗਰੀਬ ਭੁੱਖਾ ਨਾ ਰਹਿ ਜੇ। ਦੂਸਰੇ ਪਾਸੇ ਜਿਹੜੇ ਪ੍ਰਚਾਰਕ ਸੀਗੇ ਜਿਹੜੇ ਛੋਟੇ ਘਰਾਂ ਦੇ ਵਿੱਚ ਉੱਠ ਕੇ ਕਾਰੋਬਾਰ ਹੀ ਕਹਿ ਸਕਦੇ ਉਹਨਾਂ ਦਾ ਇੱਕ ਤਰ੍ਹਾਂ ਦਾ ਕਾਰੋਬਾਰ ਸੀਗਾ, ਪਰ ਉਹਨਾਂ ਵੱਲ ਧਿਆਨ ਘੱਟ ਜਾ ਰਿਹਾ। ਲੱਗਦਾ ਨਹੀਂਗਾ ਕਿ ਉਹ ਸ਼ਰਮ ਦੇ ਮਾਰੇ ਮੰਗ ਨਹੀਂ ਰਹੇ ਹੋਣੇ।
ਸਰਕਾਰਾਂ ਨੇ ਸਮਾਜ ਸੇਵੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਬਾਕੀ ਤਾਂ ਸਭ ਕੁਝ ਠੀਕ ਆ, ਲੋਕਾਂ ਦੀ ਮਦਦ ਕਰ ਰਹੇ ਆ, ਚਲੋ ਕਰਨੀ ਵੀ ਚਾਹੀਦੀ, ਦੁੱਖ ਦੀ ਘੜੀ ਵਿੱਚ ਰਲ ਮਿਲ ਕੇ ਸਮਾਂ ਲਗਾਉਣਾ ਚਾਹੀਦਾ ਆਪਾਂ ਨੂੰ। ਪਰ ਜਿਵੇਂ ਗ੍ਰੰਥੀ ਸਿੰਘ ਆ, ਪਿੰਡਾਂ ਦੇ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਡਿਊਟੀ ਕਰਦੇ ਆ, ਔਰ ਕੀਰਤਨੀਏ ਸਿੰਘ ਆ, ਰਾਗੀ ਆ, ਢਾਡੀ ਆ, ਉਹਨਾਂ ਲਈ ਬੜਾ ਮੁਸ਼ਕਲ ਹੀ ਜਿਹੜਾ ਸਮਾਂ ਬੜਾ ਮੁਸ਼ਕਲ ਵਾਲਾ ਲੰਘ ਰਿਹਾ, ਕਿਉਂਕਿ ਜਿੱਥੇ ਸਾਰੇ ਕਾਰੋਬਾਰ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਿੱਚ ਲੋਕਡਾਊਨ ਆ, ਘਰਾਂ ਦੇ ਵਿੱਚ ਬੈਠੇ ਆ। ਵੇਖੋ ਲੋੜ ਤਾਂ ਉਹਨਾਂ ਦੀਆਂ ਵੀ ਹੈ ਨਾ, ਉਹਨਾਂ ਦੇ ਵੀ ਬੱਚੇ ਆ, ਉਹਨਾਂ ਦੇ ਵੀ ਪਰਿਵਾਰ ਆ, ਉਹਨਾਂ ਨੂੰ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਨੂੰ ਚਾਹੀਦਾ ਹੈ ਕਿ ਸਿੰਘ ਸਾਹਿਬਾਨ ਪਹਿਲ ਕਰਨ, ਸ਼੍ਰੋਮਣੀ ਕਮੇਟੀ ਪਹਿਲ ਕਰੇ ਕਿ ਜਿੰਨੇ ਵੀ ਗ੍ਰੰਥੀ ਸਿੰਘ ਪਿੰਡਾਂ ਦੇ ਉਹਨਾਂ ਦੀ ਲਿਸਟ ਬਣਾਈ ਜਾਵੇ, ਔਰ ਉਹਨਾਂ ਦੀਆਂ ਜਿਹੜੀਆਂ ਲੋੜਾਂ ਜਿਵੇਂ ਉਹਨਾਂ ਦਾ ਰਾਸ਼ਨ ਆ ਚਾਹੇ ਹੋਰ ਚੀਜ਼ਾਂ ਉਹਨਾਂ ਦੀ ਮਦਦ ਹੋਣੀ ਜ਼ਰੂਰੀ ਹੈ, ਕਿਉਂਕਿ ਵਡਿਆਇਆ ਬੜਾ ਜਾਂਦਾ ਗ੍ਰੰਥੀ ਸਿੰਘਾਂ ਨੂੰ। ਜਗਮੀਤ ਸਿੰਘ ਜੀ, ਜਿਵੇਂ ਮੈਂ ਕਈ ਵਾਰੀ ਸੋਚਦਾ ਹੁੰਦਾ, ਗ੍ਰੰਥੀ ਸਿੰਘ ਨੂੰ ਕਹਿੰਦੇ ਗੁਰੂ ਕਾ ਵਜ਼ੀਰ ਆ। ਹੁਣ ਤੁਸੀਂ ਵੇਖੋ ਇਹ 'ਚ ਕੋਈ ਅਥ ਕਥਨੀ ਨਹੀਂ, ਸੱਚਮੁੱਚ ਹੀ ਗ੍ਰੰਥੀ ਸਿੰਘ ਗੁਰੂ ਕਾ ਵਜ਼ੀਰ ਆ। ਪਰ ਤੁਸੀਂ ਵਜ਼ੀਰ ਵੇਖੋ, ਭਾਵੇਂ ਤੁਸੀਂ ਇੱਕ ਸਟੇਟ ਦੀ ਗੱਲ ਕਰੋ, ਭਾਵੇਂ ਤੁਸੀਂ ਇੱਕ ਪੂਰੇ ਦੇਸ਼ ਦੀ ਗੱਲ ਕਰੋ, ਵੀ ਇੱਥੋਂ ਭਾਵੇਂ PM ਦੀ ਗੱਲ ਕਰੋ, CM ਦੀ ਗੱਲ ਕਰੋ, ਕਿ ਮੁੱਖ ਮੰਤਰੀ ਚ ਪ੍ਰਧਾਨ ਮੰਤਰੀ ਦਾ ਜਿਹੜਾ ਵਜ਼ੀਰ ਹੁੰਦਾ ਉਹਨੂੰ ਕਿੰਨੀਆਂ ਸਹੂਲਤਾਂ ਹੁੰਦੀਆਂ, ਕਿੰਨੇ ਉਹਨਾਂ ਨੂੰ ਭੱਤਾ, ਕਿੰਨੀਆਂ ਉਹਨਾਂ ਨੂੰ ਸੁੱਖ ਸਹੂਲਤਾਂ, ਉਹਨਾਂ ਦਾ ਕੋਈ ਫਿਕਰ ਨਹੀਂ ਹੁੰਦਾ। ਤੇ ਅਸੀਂ ਗ੍ਰੰਥੀ ਸਿੰਘ ਨੂੰ ਕਹਿੰਦੇ ਗੁਰੂ ਕਾ ਵਜ਼ੀਰ ਆ, ਪਰ ਅੱਜ ਵੇਖਿਆ ਜਾਵੇ ਗ੍ਰੰਥੀ ਸਿੰਘ ਦਾ ਹਾਲ ਆ ਜਿਹੜਾ ਉਹ ਇੱਕ ਚੌਂਕੀਦਾਰ ਨਾਲੋਂ ਵੀ ਭੈੜਾ। ਵੀ ਬਾਹਲੇ ਪਿੰਡਾਂ 'ਚ ਵੇਖਦੇ 10,000 ਤਾਂ ਕਿਸੇ ਪਿੰਡ 'ਚ ਹੋਊ ਗ੍ਰੰਥੀ ਸਿੰਘਾਂ ਦੀ ਪਿੰਡਾਂ 'ਚ ਤਨਖਾਹ, ਨਹੀਂ ਤਾਂ 3,000 4,000 ਤੇ ਗੁਰਦੁਆਰਿਆਂ ਤੇ ਅਸੀਂ ਕਰੋੜਾਂ ਰੁਪਈਆ ਜ਼ਰੂਰ ਲਾਤਾ, ਮਹਿੰਗੇ ਗੁਰੂ ਘਰ। ਪਰ ਜਿਹੜੇ ਗ੍ਰੰਥੀ ਨੇ ਗੁਰੂ ਘਰ 'ਚ ਪ੍ਰਚਾਰ ਕਰਨਾ ਉਹ ਅਸੀਂ ਕਹਿੰਦੇ ਜੀ 3,000 ਤੇ ਰੱਖ ਲਓ, 4 ਤੇ 5 ਤੇ। ਪਹਿਲਾਂ ਤਾਂ ਕਮੇਟੀਆਂ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਕਿ ਪ੍ਰਚਾਰ ਗੁਰੂ ਘਰ ਸੋਹਣੇ ਹੋਣੇ ਚਾਹੀਦੇ ਆ, ਬਿਲਡਿੰਗਾਂ ਸੋਹਣੀਆਂ ਹੋਣੀਆਂ ਚਾਹੀਦੀਆਂ, ਪਰ ਜਿਹੜਾ ਸਿੱਖੀ ਦਾ ਪ੍ਰਚਾਰ ਬਿਲਡਿੰਗ ਨੇ ਨਹੀਂ ਕਰਨਾ, ਸਿੱਖੀ ਦਾ ਪ੍ਰਚਾਰ ਗ੍ਰੰਥੀ ਸਿੰਘ ਨੇ ਕਰਨਾ। ਸੁਲਝਿਆ ਗ੍ਰੰਥੀ ਹੋਵੇ ਤੇ ਉਹਦੀ ਜਿਹੜੀ ਲੋੜ ਮੁਤਾਬਕ ਉਹਦੀ ਮਦਦ ਕੀਤੀ ਜਾਵੇ, ਤੇ ਅਸੀਂ ਉਹਨੂੰ ਵਜ਼ੀਰ ਕਹਿੰਦੇ ਆ। ਤੇ ਸੱਚਮੁੱਚ ਹੀ ਜਿਹੜੇ ਉਹਨੂੰ ਗੁਰੂ ਕੇ ਵਜ਼ੀਰ ਵਾਲਾ ਅਦਬ ਤੇ ਸਤਿਕਾਰ ਉਹਨੂੰ ਇਹ ਜ਼ਰੂਰੀ ਹੋਣਾ ਚਾਹੀਦਾ। ਜਿਵੇਂ ਕਿ ਗੱਲ ਆਮ ਹੀ ਹੁੰਦੀ ਹੈ, ਜਦੋਂ ਘਰ ਕੱਚੇ ਸੀ ਸਿੱਖ ਪੱਕੇ ਸੀ, ਜਦੋਂ ਘਰ ਪੱਕੇ ਹੋ ਗਏ ਸਿੱਖ ਕੱਚੇ ਹੋ ਗਏ। ਗੱਲ ਇਦਾਂ ਹੀ ਹੈ ਕਿ ਜਿਵੇਂ ਗ੍ਰੰਥੀ ਸਿੰਘਾਂ ਨੂੰ ਜਾਂ ਪ੍ਰਚਾਰਕਾਂ ਨੂੰ ਜਿਹੜਾ ਪੂਰੀ ਦਸਵੰਧ ਨਹੀਂ ਮਿਲ ਰਿਹਾ, ਜਿਹੜੇ ਉਹਨਾਂ ਦਾ ਬਣਦਾ ਹੱਕ ਸੀ ਉਹ ਨਹੀਂ ਮਿਲ ਰਿਹਾ, ਤੇ ਫਿਰ ਉਹ ਉੱਦਾਂ ਦਾ ਹੀ ਪ੍ਰਚਾਰ ਕਰ ਰਹੇ ਨੇ। ਗ੍ਰੰਥੀ ਸਿੰਘ ਵੀ ਜਿਵੇਂ ਕਿਸੇ ਦੇ ਘਰੇ ਪਾਠ ਰੱਖਦਾ ਫਿਰ ਉੱਦਾਂ ਦਾ ਹੀ ਅਗਲੇ ਨੂੰ ਸੁਣਾ ਆਉਂਦਾ। ਨਹੀਂ, ਇਹਦੇ ਵਿੱਚ ਵੇਖੋ ਕਿ ਗ੍ਰੰਥੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਪਹਿਲੀ ਤਾਂ ਇਹਦਾ ਕੋਈ ਇਹਨਾਂ ਨੂੰ ਪੂਰਾ ਢਾਂਚਾ ਬਣਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ, ਕਿ ਗ੍ਰੰਥੀ ਸਿੰਘਾਂ ਦਾ ਕੋਈ ਇਹਨਾਂ ਦਾ ਟੈਸਟ ਹੋਵੇ ਕਿ ਗ੍ਰੰਥੀ ਸਿੰਘ ਵੀ ਕਿਸੇ ਸੰਸਥਾ ਦੇ ਵਿੱਚੋਂ ਪੜ੍ਹ ਕੇ ਆਇਆ, ਉਹਦੇ ਕੋਲ ਕੋਈ ਸਰਟੀਫਿਕੇਟ ਆ, ਸ਼ੁੱਧ ਬਾਣੀ ਉਚਾਰਨ ਕਰਦਾ। ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਆ। ਦੂਜੀ ਗੱਲ ਕਿ ਉਸ ਤੋਂ ਬਾਅਦ ਉਹਨੂੰ ਜਿਹੜਾ ਉਹਦਾ ਬਣਦਾ, ਵੇਖੋ ਲੋੜਾਂ, ਜਗਮੀਤ ਸਿੰਘ ਜੀ ਤੁਸੀਂ ਵੀ ਪਰਿਵਾਰ ਵਾਲੇ ਹੋ, ਹੈ ਨਾ, ਤੁਹਾਡੇ ਵੀ ਮਤਲਬ ਕਿ ਲੋੜਾਂ ਤੁਹਾਨੂੰ ਵੀ। ਤਾਂ ਸਾਨੂੰ ਇਹ ਸੋਚਣਾ ਚਾਹੀਦਾ ਵੀ ਮੈਨੂੰ ਮੇਰੇ ਬੱਚੇ ਪੜ੍ਹਦੇ ਆ, ਬੱਚਿਆਂ ਦੀ ਪੜ੍ਹਾਈ ਦਾ ਫਿਕਰ ਹੈ, ਉਹਨਾਂ ਦੇ ਮਾਂ-ਬਾਪ ਆ, ਉਹਨਾਂ ਦੇ ਇਲਾਜ ਦਾ, ਖਾਣ ਪੀਣ ਦਾ ਪ੍ਰਬੰਧ ਕਰਨਾ, ਰਿਹਾਇਸ਼ ਦੀ ਲੋੜ ਆ, 100 ਦੁੱਖ ਸੁੱਖ ਖੁਸ਼ੀ ਗਮੀ ਜਾਣਾ ਆਉਣਾ। ਜਿਵੇਂ ਵੀ ਮੈਨੂੰ ਲੱਗਦਾ ਵੀ ਆਪਣੀਆਂ ਘਰਾਂ ਦੀਆਂ ਲੋੜਾਂ ਉਵੇਂ ਗ੍ਰੰਥੀ ਸਿੰਘ ਦੀਆਂ ਲੋੜਾਂ। ਇਹ ਗੱਲ ਸਾਨੂੰ ਬਹੁਤ ਜ਼ਰੂਰੀ ਗ੍ਰੰਥੀ ਸਿੰਘਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਦੀਆਂ ਜਿੰਨੀਆਂ ਵੀ ਲੋੜਾਂ ਉਹ ਪੂਰੀਆਂ ਕਰੀਏ। ਕੁਝ ਥਾਵਾਂ 'ਤੇ ਤਾਂ ਇੱਦਾਂ ਦਾ ਵੀ ਹੁੰਦਾ ਵੀ ਗ੍ਰੰਥੀ ਸਿੰਘ ਨੂੰ ਰਿਹਾਇਸ਼ ਜ਼ਰੂਰ ਦੇ ਦਿੱਤੀ ਜਾਂਦੀ ਗੁਰਦੁਆਰਿਆਂ ਦੇ ਵਿੱਚ। ਉਸ ਤੋਂ ਬਾਅਦ ਉਹਨੂੰ ਕਹਿ ਦਿੰਦੇ ਆ ਵੀ ਤੇਰੀ 5,000 ਸੀਮਤ ਤਨਖਾਹ ਹੈ, ਤੈਨੂੰ ਪੱਖਾ ਚਲਾਉਣੇ ਆ ਪਰ 2 ਹੀ ਚਲਾਉਣੇ ਆ, ਜਾਂ ਉਹਨੂੰ ਕਹਿ ਦਿੰਦੇ ਆ ਵੀ ਜੇ ਸਾਰੇ ਪਰਿਵਾਰ ਨੇ ਇੱਕ ਪੱਖੇ ਤੱਕ ਚਲਾਉਣਾ। ਜਿਹੜਾ ਬਿੱਲ ਵੀ ਆਉਂਦਾ ਵੀ ਉਹ ਸੰਜਮ ਕਰਦੇ ਆ ਵੀ ਕਿਤੇ ਵੱਧ ਨਾ ਆ ਜਾਵੇ। ਜਿਹੀਆਂ ਵੀ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਤੇ ਫਿਰ ਉਹ ਗੁਰੂ ਘਰ ਦਾ ਜਿਹੜਾ ਵਜ਼ੀਰ ਤਾਂ ਕਹਿ ਦਿੰਦੇ ਆ, ਤੇ ਫਿਰ ਉਹ ਕਿੱਦਾਂ ਦੀ ਉਹਦੇ ਮਨ ਦੇ ਵਿੱਚ ਭਾਵਨਾਵਾਂ ਹੋਊਗੀ। ਜਿਵੇਂ ਹੁਣ ਗ੍ਰੰਥੀ ਸਿੰਘ, ਅਜਿਹੀਆਂ ਵੀਡੀਓ ਵੀ ਬਹੁਤ ਆ ਰਹੀਆਂ ਨੇ, ਮੈਂ ਗ੍ਰੰਥੀ ਸਿੰਘ ਆਪਦੇ ਪੁੱਤਰ ਨੂੰ ਕਹਿ ਰਿਹਾ ਕਿ ਗ੍ਰੰਥੀ ਸਿੰਘ ਨਹੀਂ ਬਣਨਾ ਅੱਗੇ ਤੋਂ। ਇਹ ਗੱਲ ਜਗਮੀਤ ਸਿੰਘ ਜੀ ਬਹੁਤ ਹੀ ਮੰਦਭਾਗੀ ਹੈ। ਜੇ ਗ੍ਰੰਥੀ ਸਿੰਘ ਨਾਲ ਵੀ ਉਹਨੂੰ ਇਹ ਗ੍ਰੰਥੀ ਸਿੰਘ ਦੀ ਉਹਦੇ, ਮੈਂ ਸ਼ੁਰੂ 'ਚ ਕਹਿ ਚੁੱਕਿਆ ਕਿ ਉਹਦੇ ਪਰਿਵਾਰ ਦਾ ਖਰਚਾ, ਉਹਦੀਆਂ ਲੋੜਾਂ, ਜੇ ਸਾਡੀਆਂ ਲੋੜਾਂ ਤੇ ਗ੍ਰੰਥੀ ਸਿੰਘ ਦੀਆਂ ਲੋੜਾਂ, ਉਹਦੇ ਮੁਤਾਬਕ ਉਹਦੀ ਤਨਖਾਹ ਹੋਣੀ ਚਾਹੀਦੀ ਹੈ, ਜ਼ਰੂਰੀ ਹੈ। ਔਰ ਗ੍ਰੰਥੀ ਸਿੰਘ ਤੁਸੀਂ ਦੇਖੋ ਕਿ ਅੱਜ ਗ੍ਰੰਥੀ ਸਿੰਘ ਦੀ ਹਾਲਤ ਇਹ ਹੋ ਗਈ ਕਿ ਗ੍ਰੰਥੀ ਸਿੰਘ ਕਹਿੰਦਾ ਕਿ ਮੇਰਾ ਬੱਚਾ, ਉਹਨੂੰ ਮੈਂ ਪੜ੍ਹਾ ਲਿਖਾ ਕੇ ਹੋਰ ਕਿਸੇ ਡਾਕਟਰ ਬਣਾਵਾਂ, ਇੰਜੀਨੀਅਰ ਬਣਾਵਾਂ, ਕੋਈ ਹੋਰ ਕਾਰੋਬਾਰ ਕਿਸੇ ਕਿੱਤੇ ਵਿੱਚ ਲਾਵਾਂ, ਪਰ ਗ੍ਰੰਥੀ ਨਹੀਂ ਬਣਾਵਾਂਗਾ। ਕਾਰਨ ਕੀ ਕਿ ਅਸੀਂ ਗ੍ਰੰਥੀਆਂ ਦਾ ਜਿਹੜਾ ਬਣਦਾ ਸਤਿਕਾਰ ਹੈ ਉਹ ਨਹੀਂ, ਉਹਨਾਂ ਦਾ ਸਤਿਕਾਰ ਨਹੀਂ ਕਰ ਰਹੇ, ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਹੇ। ਤੁਸੀਂ ਦੇਖੋ ਚੰਗੇ ਜਿਹੜੇ ਨਾਮਵਰ ਕਲਾਕਾਰ ਆ, ਜਿਹਦੇ ਵਿੱਚ ਤੁਸੀਂ ਦੇਖੋ ਕਿ ਉਹ ਪਹਿਲਾਂ ਕੋਈ ਰਾਗੀ ਸੀ, ਕੋਈ ਕੀਰਤਨੀਆ ਸੀ। ਤੁਸੀਂ ਪੁਰਾਣੀਆਂ ਵੀਡੀਓ ਦੇਖੋ ਵੀ ਜਿਵੇਂ ਹਰਭਜਨ ਮਾਨ ਦੀ ਗੱਲ ਕਰਦੇ ਹਾਂ, ਦਲੇਰ ਮਹਿੰਦੀ ਦੀ ਗੱਲ ਕਰਦੇ ਹਾਂ, ਦੁਰਗੇ ਰੰਗੀਲੇ ਦੀ ਗੱਲ ਕਰਦੇ ਹਾਂ, ਨਿਰਮਲ ਸਿੱਧੂ ਦੀ ਗੱਲ ਕਰਦੇ ਹਾਂ, ਬਲਕਾਰ ਸਿੱਧੂ ਦੀ ਗੱਲ ਕਰਦੇ ਹਾਂ। ਮੈਂ ਬਹੁਤਿਆਂ ਬਾਰੇ ਸ਼ਾਇਦ ਮੈਨੂੰ ਨਾ ਪਤਾ ਹੋਵੇ, ਹੋਰ ਵੀ ਬਹੁਤ ਹੋਣਗੇ। ਉਹ ਕਿਤੇ ਨਾ ਕਿਤੇ ਕੋਈ ਗੁਰੂ ਕਾ ਕੀਰਤਨੀਆ ਸੀ,
ਕੋਈ ਗ੍ਰੰਥੀ ਸੀ, ਕੋਈ ਉਹਦੇ ਵਿੱਚੋਂ ਢਾਡੀ ਕਵਿਸ਼ਰੀ ਸੀ। ਤੇ ਜਦੋਂ ਵੇਖੋ ਤੁਸੀਂ ਉਦੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਿੱਖ ਧਰਮ ਸਾਡਾ ਸਤਿਕਾਰ ਨਹੀਂ ਹੈ, ਸਾਨੂੰ ਬਣਦਾ ਹੱਕ ਨਹੀਂ ਮਿਲ ਰਿਹਾ, ਕਿਉਂਕਿ ਗ੍ਰੰਥੀ ਸਿੰਘ ਨੂੰ ਅਸੀਂ ਜਦੋਂ ਭੇਟਾ ਦਿੰਨੇ ਆ, ਭਾਵੇਂ ਉਹ ਅਖੰਡ ਪਾਠ ਸਾਹਿਬ ਆ, ਗੁਰੂ ਕਾ ਕੀਰਤਨੀ ਸਿੰਘ ਨੂੰ ਭੇਟਾ ਦਿੰਨੇ, ਅਸੀਂ ਬੜੇ ਕਿੰਤੂ ਪ੍ਰੰਤੂ ਕਰਦੇ ਆ, ਇੰਨੇ ਪੈਸੇ ਕਾਹਦੇ, ਇਹ ਵਿਹਲੜ ਆ। ਗਾਉਣ ਵਾਲੀ ਉੱਤੋਂ ਅਸੀਂ 30,000 35,000 ਲੱਖ 2 ਲੱਖ ਰੁਪਈਆ ਤੱਕ ਵੀ ਅਸੀਂ ਜਿਹੜੀਆਂ ਆਰਕੈਸਟਰਾ ਗਾਉਣ ਵਾਲਿਆਂ ਤੋਂ 500 ਦੇ ਨੋਟ ਸੁੱਟਦੇ ਆ। ਤੇ ਜੇ ਕੋਈ 1100 3100 2100 5500 ਇੰਨਾ ਕੀ ਦਿੰਦੇ ਆ ਵਿਚਾਰੇ ਜਿਹੜੇ ਕੀਰਤਨੀਏ, ਇਹਨਾਂ ਨੂੰ ਭੇਟਾ ਦਿੱਤੀ ਜਾਂਦੀ ਪਿੰਡਾਂ 'ਚ, ਗ੍ਰੰਥੀ ਸਿੰਘਾਂ ਨੂੰ ਬਹੁਤ ਘੱਟ ਭੇਟਾ ਦਿੱਤੀ ਜਾਂਦੀ ਆ, ਉਦੋਂ ਸਾਡੀ ਜਾਨ ਨਿਕਲ ਜਾਂਦੀ ਆ। ਤੇ ਮੈਂ ਤਾਂ ਕਈ ਵਾਰੀ ਇਹ ਵੀ ਗੱਲਾਂ ਕਰਦਾ ਹੁੰਦਾ ਵੀ ਗ੍ਰੰਥੀ ਸਿੰਘ ਨੂੰ 500 ਰੁਪਈਆ ਸੁਖਮਨੀ ਸਾਹਿਬ ਦਾ ਘਰੇ ਪਾਠ ਕੀਤਾ, ਵੈਸੇ ਤਾਂ ਅਮੁੱਲ ਗੁਣ ਅਮੁੱਲ ਵਪਾਰ, ਗੁਰਬਾਣੀ ਦਾ ਕੋਈ ਮੁੱਲ ਨਹੀਂ ਹੈ ਜਗਮੀਤ ਸਿੰਘ ਜੀ। ਜਿਹੜਾ ਸੁਣਾ ਰਿਹਾ ਉਹਨੂੰ ਵੀ ਅਸੀਂ ਕੋਈ ਮੁੱਲ ਨਹੀਂ ਦੇ ਸਕਦੇ, ਪਰ ਉਹਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਤਾਂ ਜ਼ਰੂਰੀ ਆ। ਪਰ ਜੇ ਗ੍ਰੰਥੀ ਸਿੰਘ ਨੂੰ ਸੁਖਮਨੀ ਸਾਹਿਬ ਦਾ 500 ਦੇਣ ਲੱਗਿਆ, ਸਾਡੀ ਜਾਨ ਨਿਕਲ ਜਾਂਦੀ ਹੈ। ਤੇ ਗਾਉਣ ਵਾਲੀ ਉੱਤੋਂ ਦੀ 500 ਦੇ ਨੋਟ ਸੁੱਟਦੇ ਆ ਤੇ ਗੱਲਾਂ ਕਰਦੇ ਮੇਰੇ ਵਰਗੇ ਵੱਡੇ ਵੱਡੇ ਰਾਜ ਕਰੇਗਾ ਖਾਲਸਾ। ਮੈਂ ਸੋਚਦਾ ਵੀ ਤੁਸੀਂ ਪ੍ਰਚਾਰਕਾਂ ਨੂੰ ਤੇ ਸਾਂਭ ਨਹੀਂ ਰਹੇ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ, ਤੇ ਖਾਲਸੇ ਦਾ ਰਾਜ ਕਿਵੇਂ ਹੋਵੇਗਾ, ਖਾਲਸੇ ਦਾ ਬੋਲਬਾਲਾ ਕਿਵੇਂ ਹੋਵੇਗਾ ਜੀ। ਇਹ ਗੱਲ ਮੰਨਦੇ ਹੋ ਕਿ ਸਿੱਖੀ ਦਾ ਪ੍ਰਚਾਰ ਤਾਂ ਨਹੀਂ ਹੋ ਰਿਹਾ? ਮੈਂ ਤਾਂ ਸਿੱਖੀ ਦਾ ਪ੍ਰਚਾਰ ਇਹ ਨਹੀਂ ਮੈਂ ਕਹਿ ਰਿਹਾ ਨਹੀਂ ਹੋ ਰਿਹਾ, ਪ੍ਰਚਾਰ ਹੋ ਰਿਹਾ, ਜਿਹੜਾ ਘੱਟ ਹੋ ਰਿਹਾ। ਜਿਵੇਂ ਸਿੱਖ ਦੇ ਬੱਚੇ ਜਿਹੜੇ ਉਹ ਜ਼ਿਆਦਾਤਰ ਮੋਨੇ ਨੇ, ਵਾਲ ਕਤਲ ਕਰਾ ਕੇ ਰੱਖਦੇ ਨੇ, ਹੋਰ ਵੀ ਅਨੇਕਾਂ ਗੱਲਾਂ ਉਹਨਾਂ ਦੇ ਸਾਹਮਣੇ, ਲੱਚਰ ਗਾਇਕੀ ਨੂੰ ਪ੍ਰਮੋਟ ਕਰ ਰਹੇ ਨੇ, ਸਿੱਖੀ ਵੱਲ ਧਿਆਨ ਨਹੀਂ ਗਾ, ਗੁਰਦੁਆਰੇ ਜਾ ਕੇ ਖੁਸ਼ ਨਹੀਂ ਗਏ, ਸੇਵਾ ਭਾਵਨਾ ਨਹੀਂ ਹੈਗੀ। ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਕਿ ਜਿਹੜੇ ਸਾਡੇ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ, ਸਾਡੀਆਂ ਸੰਸਥਾਵਾਂ ਪ੍ਰਚਾਰਕਾਂ ਨੂੰ ਸਾਂਭਣ, ਉਹਨਾਂ ਦਾ ਬਣਦਾ ਮਾਨ ਸਤਿਕਾਰ ਇੱਜ਼ਤ ਕਰਨ, ਔਰ ਉਹਨਾਂ ਦੀਆਂ ਲੋੜਾਂ ਦੇ ਮੁਤਾਬਕ ਉਹਨਾਂ ਦੀ ਤਨਖਾਹ ਹੋਵੇ। ਫਰਜ਼ ਕਰੋ ਕਿ ਇੱਕ ਗ੍ਰੰਥੀ ਸਿੰਘ ਹੈ, ਕੋਈ ਕੀਰਤਨੀ ਸਿੰਘ ਰਾਗੀ ਢਾਡੀ ਹੈ, ਉਹਦੀ ਤਨਖਾਹ ਹੈ, ਉਹਨੂੰ ਫਿਕਰ ਨਹੀਂ ਕਿ ਮੇਰੇ ਬੱਚੇ ਦੀ ਜਿਹੜੀ ਪੜ੍ਹਾਈ ਹੈ, ਕੋਈ ਗੱਲ ਨਹੀਂ, ਸਾਡੀ ਸੰਸਥਾ ਬੈਠੀ, ਮੇਰੇ ਬੱਚੇ ਪੜ੍ਹਨਗੇ, ਮੈਂ ਸਿੱਖੀ ਦਾ ਪ੍ਰਚਾਰ ਕਰਨਾ, ਮੇਰੇ ਕੋਈ ਘਰ ਦੇ ਵਿੱਚ ਦੁੱਖ ਤਕਲੀਫ ਆਉਂਦਾ, ਮਾਂ-ਬਾਪ ਨੂੰ ਕੋਈ ਦਵਾਈ ਦੀ ਲੋੜ ਹੈ, ਘਰ ਦੀਆਂ ਲੋੜਾਂ, ਮੈਂ ਬੱਚੀ ਦਾ ਵਿਆਹ ਕਰਨਾ, ਮੈਨੂੰ ਮਕਾਨ ਦੀ ਲੋੜ ਆ, ਵੀ ਸਾਡੀ ਇੱਥੇ ਸੰਸਥਾ ਬੈਠੀਆਂ ਜਥੇਬੰਦੀਆਂ, ਮੈਨੂੰ ਕੋਈ ਪਰਵਾਹ ਨਹੀਂ। ਅਤੇ ਮੈਨੂੰ ਲੱਗਦਾ ਉਹ ਬਹੁਤ ਵਧੀਆ ਤਰੀਕੇ ਨਾਲ ਪ੍ਰਚਾਰ ਕਰੂਗਾ, ਵਧੀਆ ਤਰੀਕੇ ਨਾਲ। ਉਹ ਜੇ ਉਹਨੂੰ ਫਿਕਰ ਰਹੂ ਕਿ ਮੇਰੇ ਘਰ ਦੇ ਵਿੱਚ ਤਾਂ ਸਿਲੰਡਰ ਹੈ ਨਹੀਂ, ਉਹ ਵਿਚਾਰਾ ਕੀ ਗੁਰੂ ਦੀ ਗੱਲ ਕਰੂ, ਮੇਰੇ ਘਰ ਬੱਚਿਆਂ ਦੀਆਂ ਫੀਸਾਂ ਕਿੱਥੋਂ ਭਰਾਂ, ਮੇਰੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਉੱਧਰੋਂ ਪਾਠ ਕਰ ਰਿਹਾ ਤੇ ਮਨ ਦੇ ਵਿੱਚ ਜਿਹੜੇ ਘਰ ਦੇ ਫਿਕਰ ਜਿਹੜੇ ਚੱਲ ਰਹੇ ਨੇ, ਤੇ ਉਹ ਕਿਤੇ ਨਾ ਕਿਤੇ ਪਾਠ ਦੇ ਵਿੱਚ ਧਿਆਨ ਵੀ ਨਹੀਂ ਹੋਊਗਾ। ਹਾਂ, ਸਾਨੂੰ ਈਸਾਈ ਮਿਸ਼ਨਰੀ ਪ੍ਰਚਾਰਕਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਜਿਹੜੇ ਗੋਰੇ ਲੋਕ, ਈਸਾਈ ਲੋਕ, ਉਹਨਾਂ ਦੇ ਜਿਹੜੇ ਪ੍ਰਚਾਰਕ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ, ਉਹਨਾਂ ਦਾ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਚੱਲਦੇ ਆ, ਤੇ ਸਾਨੂੰ ਵੀ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਅਸੀਂ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਜਿਹੜਾ ਮਾਨ ਸਤਿਕਾਰ ਤੇ ਲੋੜਾਂ ਪੂਰੀਆਂ ਕਰੀਏ। ਜਿਹੜੇ ਕਿ ਹੁਣ ਗ੍ਰੰਥੀ ਸਿੰਘ ਕਹਿੰਦੇ ਨੇ ਕਿ ਸਾਡਾ ਪੁੱਤਰ ਜਿਹੜਾ, ਉਹ ਕਹਿੰਦੇ ਗ੍ਰੰਥੀ ਸਿੰਘ ਨਾ ਬਣ, ਤੂੰ ਹੋਰ ਕੋਈ ਕੰਮ ਸਿੱਖ ਲੈ ਗੁਰਦੁਆਰਿਆਂ ਦੇ ਵਿੱਚ, ਜਾਂ ਉਹਨਾਂ ਦੇ ਗ੍ਰੰਥੀ ਸਿੰਘਾਂ ਦੇ ਜਿਹੜੇ ਪੁੱਤਰ ਆ ਉਹ ਸਿੱਖੀ ਦੇ ਨਾਲ ਵੀ ਘੱਟ ਜੁੜੇ, ਉਹਦਾ ਮੁੱਖ ਕਾਰਨ ਫਿਰ ਇਹੀ ਆ? ਨਹੀਂ ਤਾਂ ਇਹੀ ਕਾਰਨ ਆ ਕਿ ਅਸੀਂ ਉਹਨਾਂ ਨੂੰ ਬਣਦਾ ਹੱਕ ਨਹੀਂ ਦੇ ਰਹੇਗੇ, ਉਹਨਾਂ ਦਾ ਜਿਹੜੀਆਂ ਲੋੜਾਂ ਨੇ, ਤੁਹਾਨੂੰ ਮੈਂ 5-7 ਸਿੰਗਰਾਂ ਦਾ ਹਵਾਲਾ ਦੇ ਚੁੱਕਿਆ ਕਿ ਉਹ ਵੇਖੋ ਤੁਸੀਂ ਕਿਉਂ ਛੱਡ ਕੇ ਗਏ। ਜੇ ਸਾਡੀ ਸ਼੍ਰੋਮਣੀ ਕਮੇਟੀ, ਸਾਡੀਆਂ ਸੰਸਥਾਵਾਂ ਉਹਨਾਂ ਨੂੰ ਸਾਂਭਦੀਆਂ, ਉਹਨਾਂ ਨੂੰ ਲੱਗਦਾ, ਉਹਨਾਂ ਨੇ ਸੋਚਿਆ ਕਿ ਸਾਡਾ ਇੱਥੋਂ ਘਰ ਦਾ ਰੁਜ਼ਗਾਰ ਨਹੀਂ ਚੱਲੂਗਾ, ਸਾਡੇ ਬੱਚੇ ਨਹੀਂ ਪੜ੍ਹ ਸਕਣਗੇ, ਸਾਡੀਆਂ ਰੋਜ਼ ਦੀਆਂ ਲੋੜਾਂ ਨਹੀਂ ਪੂਰੀਆਂ ਹੋਣਗੀਆਂ, ਤੇ ਉਹ ਕੀਰਤਨ ਛੱਡ ਕੇ, ਉਹ ਢਾਡੀ ਸੀ, ਉਹ ਗ੍ਰੰਥੀ ਸੀ, ਲੈਣ ਛੱਡ ਕੇ ਤੇ ਉਹ ਗਾਉਣ ਲੱਗ ਗਏ। ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਇੱਥੇ ਮਾਨ ਸਤਿਕਾਰ ਵੀ ਨਹੀਂ ਹੋ ਰਿਹਾ ਤੇ ਸਾਡੀਆਂ ਲੋੜਾਂ ਪੂਰੀਆਂ ਵੀ ਨਹੀਂ। ਹੁਣ ਤੁਸੀਂ ਇੱਕ ਹੋਰ ਦੇਖੋ, ਕੋਈ ਵੀ ਸਰਕਾਰੀ ਮੁਲਾਜ਼ਮ ਜਦੋਂ ਉਹਦੀ ਰਿਟਾਇਰਮੈਂਟ ਹੁੰਦੀ ਹੈ ਤੇ ਸਰਕਾਰ ਉਹਦੀ ਪੈਨਸ਼ਨ ਲੱਗਦੀ ਆ, ਤੁਸੀਂ ਸੁਣਿਆ ਕਿ ਗ੍ਰੰਥੀ ਸਿੰਘ ਨੂੰ ਪਿੰਡਾਂ 'ਚ ਆਪਾਂ ਰਿਟਾਇਰ ਕਰਤਾ ਕਿ ਮੁੜ ਕੇ ਉਹਨੂੰ ਕੋਈ ਪੈਨਸ਼ਨ ਮਿਲਦੀ, ਕੋਈ ਉਹ ਬੱਚੇ ਕਿਵੇਂ ਪਾਲੇ, ਉਹਦਾ ਵਡੇਪਾ ਕਿਵੇਂ ਲੰਘੂਗਾ, ਕਦੇ ਨਹੀਂ ਅਸੀਂ ਸੋਚਿਆ। ਇਹ ਗੱਲ ਜ਼ਰੂਰ ਸੁਣ ਲੈਂਦੇ ਕਿ ਹੁਣ 70 ਸਾਲ ਦਾ ਹੋ ਗਿਆ, ਉਹਨੂੰ ਪਾਠ ਨਹੀਂ ਪੜ੍ਹਨਾ ਆਉਂਦਾ। ਇਹੋ ਜਿਹੀ ਗੱਲਾਂ ਤਾਂ ਵੇਖੋ ਚਲੋ ਉਮਰ ਦੇ ਹਿਸਾਬ ਨਾਲ ਹੋ ਸਕਦਾ, ਪਰ ਉਹਦਾ ਮੁੜ ਕੇ ਪ੍ਰਬੰਧ ਨਹੀਂ ਕੀਤਾ ਜਾਂਦਾ ਕੋਈ ਵੀ। ਇਹ ਵੱਡੀ ਤਰਾਸਦੀ ਕਹਿ ਲਓ, ਮੁਸ਼ਕਲ। ਬਾਕੀ ਵੇਖੋ ਤੁਸੀਂ ਹੁਣ ਜਗਮੀਤ ਸਿੰਘ ਜੀ, ਵੱਡੀ ਗੱਲ, ਮੈਂ ਜਦੋਂ ਵੀਡੀਓ ਦੇਖ ਰਿਹਾ ਸੀ ਕਿ ਆਮ ਗ੍ਰੰਥੀਆਂ ਦੀ ਗੱਲ ਕਰ ਰਹੇ ਆ, ਪਿੰਡਾਂ ਵਾਲੇ, ਸਾਡੇ ਇੱਥੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ, ਕਿ ਇਹੋ ਜਿਹੇ ਰਾਗੀ, ਉਹ ਚਲੋ ਆ ਜਿਹੜੀ ਕਰੋਨਾ ਵਾਇਰਸ, ਇਹ ਪੂਰਾ ਸੰਸਾਰ ਹੀ ਇਸ ਬਿਮਾਰੀ ਦੀ ਜਕੜ ਵਿੱਚ ਆਇਆ, ਉਹਦਾ ਵੇਖੋ ਕੀ ਕੌਮ ਨੇ ਜਲੂਸ ਕੱਢਿਆ, ਉਹਦੀ ਮੌਤ ਹੋ ਜਾਂਦੀ ਹੈ। ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਇੱਕ ਸਿੰਗਰ ਸਾਡੇ ਦੇਸ਼ ਦੀ, ਉਹ ਬਾਹਰੋਂ ਆਉਂਦੀ ਹੈ, ਉਹਨੂੰ ਬਿਮਾਰੀ ਤੋਂ ਪੀੜਿਤ ਪਾਇਆ ਜਾਂਦਾ, ਕਰੋਨਾ ਵਾਇਰਸ ਤੋਂ, ਉਹਦੇ ਵਧੀਆ ਹਸਪੀਟਲਾਂ ਵਿੱਚ, ਮੈਨੂੰ ਉਹਦਾ ਨਾਮ ਵਿਸਰ ਗਿਆ, ਸ਼ਾਇਦ ਕਨਕਾ ਕਪੂਰ ਕੋਈ ਇਹੋ ਜਿਹੇ ਨਾਮ ਦੀ ਸਿੰਗਰ ਸੀਗੀ ਕੋਈ, ਉਹ ਆਈ ਤੇ ਉਹਨੂੰ ਜਦੋਂ ਬਿਮਾਰੀ ਲੱਗ ਗਈ ਤੇ ਉਹਦਾ ਬਹੁਤ ਵਧੀਆ ਹਸਪੀਟਲ 'ਚ ਇਲਾਜ ਹੋਇਆ,
ਪਰ ਭਾਈ ਨਿਰਮਲ ਸਿੰਘ ਦਾ ਕੋਈ ਵਧੀਆ ਤਰੀਕੇ ਨਾਲ ਪਹਿਲੀ ਗੱਲ ਤਾਂ ਇਲਾਜ ਨਹੀਂ ਹੋਇਆ। ਇਹ ਵੀ ਇੱਕ ਸ਼ਰਮਿੰਦਗੀ ਵਾਲੀ ਗੱਲ ਕਿ ਸਾਡੀਆਂ ਐਡੀਆਂ ਵੱਡੀਆਂ ਸ਼੍ਰੋਮਣੀ ਸੰਸਥਾਵਾਂ, ਸਾਡਾ ਐਡਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਕਿ ਸਾਨੂੰ ਵਧੀਆ ਹਸਪੀਟਲ ਬਣਾਉਣੇ ਚਾਹੀਦੇ ਆ ਜਿੱਥੇ ਸਾਡੇ ਪ੍ਰਚਾਰਕਾਂ ਦਾ ਇਲਾਜ ਹੋਵੇ, ਸਾਡੇ ਪ੍ਰਚਾਰਕਾਂ ਦੇ ਬੱਚੇ ਪੜ੍ਹਨ, ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਵੀ ਇੱਕ ਸਿੰਗਰ ਨੂੰ ਉਹਨਾਂ ਦੇ ਜਿਹੜੇ ਲੋਕਾਂ ਨੇ, ਸਮਾਜ ਨੇ, ਉਹਨਾਂ ਦੀ ਫੈਮਿਲੀ ਨੇ ਬਚਾ ਲਿਆ, ਪਰ ਭਾਈ ਨਿਰਮਲ ਸਿੰਘ ਨੂੰ ਅਸੀਂ ਨਹੀਂ ਬਚਾ ਸਕੇ। ਪਹਿਲਾਂ ਤਾਂ ਉਹਦੀ ਮੌਤ ਦੀ ਗੱਲ ਹੈ। ਦੂਜੀ ਵੇਖੋ ਜਗਮੀਤ ਸਿੰਘ ਜੀ, ਅੱਗੇ ਜਾ ਕੇ ਕੀ ਜਲੂਸ, ਪੂਰੀ ਕੌਮ ਦਾ ਜਲੂਸ ਨਿਕਲਿਆ ਕਿ ਉਹਨਾਂ ਦੇ ਸੰਸਕਾਰ ਤੇ ਕਿੰਨਾ ਵਾਦ ਵਿਵਾਦ ਹੁੰਦਾ। ਮੈਂ ਸੋਚਦਾ ਜਿੱਥੇ ਪ੍ਰਸ਼ਾਸਨ ਦੀ ਬਹੁਤ ਵੱਡੀ ਭੁੱਲ ਹੈ, ਉੱਥੇ ਸ਼੍ਰੋਮਣੀ ਕਮੇਟੀ ਨੇ ਬੜੀ ਵੱਡੀ ਗਲਤੀ ਕੀਤੀ। ਸਿੰਘ ਸਾਹਿਬਾਨ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ, ਹੋਰ ਉੱਥੋਂ ਦੇ ਸਕੱਤਰ ਆ, ਉਹਨਾਂ ਦਾ ਫਰਜ਼ ਸੀ ਜਦੋਂ ਹੀ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਐਡਾ ਵੱਡਾ ਅਵਾਰਡ ਮਿਲਿਆ ਕਿ ਪਹਿਲਾ ਰਾਗੀ ਹੈ ਕਿ ਜਿਹਨੂੰ ਐਡਾ ਵੱਡਾ ਮਾਣ ਹਾਸਲ ਹੋਇਆ ਹੋਵੇ ਸਾਡੇ ਦੇਸ਼ ਵੱਲੋਂ, ਤੇ ਉਹਦਾ ਸੰਸਕਾਰ ਤੇ ਇੰਨਾ ਵਾਦ ਵਿਵਾਦ ਤੇ ਉਹ ਪਿੰਡ ਵਾਲਿਆਂ ਨੇ ਕਿੰਨਾ ਜਲੂਸ ਕੱਢ ਕੇ ਰੱਖਿਆ। ਤੇ ਮੈਂ ਸੋਚਦਾ ਕਿ ਕੌਮ ਦੀ ਬੜੀ ਵੱਡੀ ਬਦਕਿਸਮਤੀ ਹੈ। ਕਿਉਂ ਨਹੀਂ ਮਤਲਬ ਉਹਨਾਂ ਨੇ ਇਹਦੀ ਦੇਖਭਾਲ ਕੀਤੀ? ਕਿਉਂਕਿ ਇੱਕ ਤਾਂ ਉਹਨੂੰ ਅਵਾਰਡ ਮਿਲਿਆ ਸੀ, ਦੂਸਰਾ ਅਵਾਰਡ ਤਾਂ ਇਹ ਵੀ ਸੀਗਾ ਨਾ ਕਿ ਉਹ ਜਿੱਥੇ ਕੀਰਤਨ ਕਰਦਾ ਸੀਗਾ ਉਹ ਕਿੱਡੀ ਵੱਡੀ ਉੱਚ ਪਦਵੀ ਸੀਗੀ। ਹਜ਼ੂਰੀ ਰਾਗੀ ਜਿਹੜਾ ਕਹਿ ਦੇਣਾ ਦਰਬਾਰ ਸਾਹਿਬ ਦਾ, ਉਹ ਬਹੁਤ ਵੱਡਾ, ਉਹ ਵੀ ਮਾਣ ਸਤਿਕਾਰ ਕਿਤੇ ਨਾ ਕਿਤੇ ਤਾਂ ਹੈਗਾ ਹੀ ਸੀਗਾ। ਉਸ ਤੋਂ ਬਾਅਦ ਡਬਲ ਮਾਣ ਸਤਿਕਾਰ। ਪਰ ਜਦੋਂ ਉਹਨਾਂ ਦੀ ਅੰਤਮ ਰਸਮਾਂ ਸੀ, ਉਦੋਂ ਜਿਹੜੀ ਉਹਨਾਂ ਦੀ ਦੇਹ ਜਿਹੜੀ ਉਹ ਸਾਂਭਣ ਸੰਭਾਲਣ ਤੋਂ ਪਰਿਵਾਰ ਤਾਂ ਚਲੋ ਮੰਗ ਹੀ ਰਿਹਾ ਸੀਗਾ, ਦੂਸਰੇ ਪਾਸੇ ਜਿੱਥੇ ਉਹਨਾਂ ਦੀ ਸੀਗੀ ਮਨਸ਼ਾ ਕਿ ਉਸ ਵੇਰਕਾ ਪਿੰਡ ਦੇ ਵਿੱਚ ਕੀਤੀ ਜਾਵੇ, ਉੱਥੋਂ ਦੇ ਲੋਕਾਂ ਨੇ ਇਨਕਾਰ ਕਰ ਦਿੱਤਾ। ਜਗਮੀਤ ਸਿੰਘ ਜੀ, ਇਹ 'ਚ ਦੋ ਗੱਲਾਂ ਸੋਚਣ ਵਾਲੀਆਂ ਵੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਹੋਣਾ ਬਹੁਤ ਵੱਡੀ ਗੱਲ ਹੈ। ਮੈਂ ਨਿਰਮਲ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀਗਾ। ਨਿਰਮਲ ਸਿੰਘ ਕਹਿ ਰਹੇ ਸੀ ਕਿ ਜਦੋਂ ਮੈਂ ਪਹਿਲੀ ਵਾਰੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕੀਤਾ ਤੇ ਜਦੋਂ ਮੈਂ ਕੀਰਤਨ ਦੀ ਸ਼ੁਰੂਆਤ ਕੀਤੀ, ਨੇਤਰ ਬੰਦ ਕੀਤੇ, ਮੈਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਸਵਰਗ ਬਾਰੇ ਧਰਮ ਗ੍ਰੰਥਾਂ ਦੇ ਵਿੱਚ ਚਾਹੇ ਬਜ਼ੁਰਗਾਂ ਕੋਲੋਂ ਸੁਣਦੇ ਸੀ ਕਿ ਅੱਜ ਮੈਨੂੰ ਇੱਥੇ ਦਰਬਾਰ ਸਾਹਿਬ ਸਵਰਗ ਦਾ ਆਨੰਦ ਆ ਰਿਹਾ। ਵੀ ਦਰਬਾਰ ਸਾਹਿਬ ਦੇ ਵਿੱਚ ਹਜ਼ੂਰੀ ਰਾਗੀ ਹੋਣਾ ਬਹੁਤ ਮਾਣ ਵਾਲੀ ਗੱਲ। ਮੈਂ ਸੋਚਦਾ, ਮੈਂ ਆਪਣੇ ਨਜ਼ਰੀਏ ਨਾਲ ਦੇਖਾਂ ਤੇ ਮੈਂ ਪਦਮ ਸ਼੍ਰੀ ਨਾਲੋਂ ਵੀ ਇਸ ਨੂੰ ਵੱਡਾ ਗਿਣਾਂਗਾ, ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਹੋਣਾ। ਇਹ ਵੀ ਬੜੀ ਮੰਦਭਾਗੀ ਘਟਨਾ ਹੈ ਕਿ ਜਿਹੜੇ ਉੱਥੋਂ ਦੇ ਜ਼ਿੰਮੇਵਾਰ ਸਾਡੇ ਬੰਦੇ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਤੇ ਜਿਹੜੇ ਵੇਰਕਾ ਪਿੰਡ ਦੇ, ਉਹ ਜਦ ਤੱਕ ਦੁਨੀਆ ਦੇ ਇਤਿਹਾਸ ਵਿੱਚ ਜਿਹੜਾ ਉਹਨਾਂ ਦਾ ਨਾਮ ਲਿਖਿਆ ਗਿਆ, ਉਹ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਕਿ ਉਹਨਾਂ ਦੇ ਮੂੰਹ ਤੇ ਇੱਕ ਕਾਲਖ ਮਤਲਬ ਕਿ ਲੱਗ ਗਈ ਹੈ, ਬਦਨਾਮੀ ਦਾ ਟਿੱਕਾ ਲੱਗ ਗਿਆ। ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਸ਼ੁਰੂਆਤ ਇਹਦੀ ਕੀ ਹੁੰਦੀ ਹੈ? ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਸਮਝਦਾ ਕਿ ਉਹਨਾਂ ਨੂੰ ਸਮਝਾਇਆ ਨਹੀਂ ਗਿਆ ਲੋਕਾਂ ਨੂੰ ਕਿ ਇਹ ਕਿਸੇ ਦੇ ਮੁਰਦੇ ਨੂੰ, ਕਿਸੇ ਵੀ ਜਿਹੜਾ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਫਰਜ਼ ਕਰੋ ਜੇ ਉੱਥੇ ਉਹਨਾਂ ਦੇ ਕੋਈ ਰੱਬ ਨਾ ਕਰੇ, ਪਹਿਲਾਂ ਮਹਾਰਾਜ ਤੰਦਰੁਸਤੀ ਦੇਵੇ, ਉਹਨਾਂ ਦੇ ਕੋਈ ਪਿੰਡ ਦੇ ਵਿੱਚ ਕੋਈ ਬਿਮਾਰੀ ਤੋਂ ਪੀੜਤ, ਉਹਦੀ ਡੈਥ ਹੋ ਗਈ, ਫਿਰ ਉਹਨੂੰ ਕੀ ਕਰਨਗੇ? ਵੀ ਸੰਸਕਾਰ ਤੇ ਕਰਨਾ ਪਊਗਾ ਨਾ। ਪਹਿਲੀ ਗੱਲ ਤਾਂ ਜਿਹੜੇ ਵੇਖੋ ਮਰੀਜ਼ ਨੂੰ ਚੁੱਕ ਕੇ ਲੈ ਕੇ ਆਉਂਦੇ ਆ, ਹੈ ਨਾ, ਉਹ ਵੀ ਤਾਂ ਅਕਸਰ ਇਨਸਾਨ ਆ। ਇਹ ਗੱਲ ਬਹੁਤ ਮੰਦਭਾਗੀ ਹੈ। ਉਹਨਾਂ ਨੂੰ ਮੈਂ ਸੋਚਦਾ ਇੱਕ ਤਾਂ ਉਹਨਾਂ ਨੂੰ ਗਿਆਨ ਨਹੀਂ ਸੀ, ਚਾਹੇ ਪ੍ਰਸ਼ਾਸਨ ਨੇ ਸਮਝਾਇਆ ਨਹੀਂ ਕਿ ਕਿਸੇ ਵੀ ਕਰੋਨਾ ਪੀੜਤ ਇਹ ਬਿਮਾਰੀ ਕਰਕੇ ਮੌਤ ਹੋ ਜਾਂਦੀ ਹੈ ਕਿ ਕਿਸੇ ਦੂਜੇ ਪ੍ਰੋਬਲਮ ਨਹੀਂ ਆਉਂਦੀ ਕਿਸੇ ਵੀ ਬੰਦੇ ਨੂੰ, ਪਰ ਉਹ ਸਮਝਾਇਆ ਨਹੀਂ ਗਿਆ। ਤੇ ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਤਰੀਕੇ ਨਾਲ ਗਲਤ ਮਨਸ਼ਾ ਸੀ ਤੇ ਬਹੁਤ ਮੰਦਭਾਗੀ ਘਟਨਾ ਹੈ ਤੇ ਪੂਰਾ ਸਿੱਖ ਜਗਤ ਔਰ ਇਤਿਹਾਸ ਵੇਰਕਾ ਦੇ ਲੋਕਾਂ ਨੂੰ ਮਾਫ ਨਹੀਂ ਕਰੂਗਾ। ਜਿਵੇਂ ਉਹਨਾਂ ਦੇ ਨਾਲ ਇਦਾਂ ਦਾ ਕੁਝ ਹੋਇਆ, ਜਿਹੜਾ ਉਹਨਾਂ ਦਾ ਮਾਣ ਸਤਿਕਾਰ ਉਹ ਮਿਲਿਆ ਨਹੀਂਗਾ। ਚਲੋ ਠੀਕ ਹੈ, ਜਿਹੜੇ ਮਾਣ ਸਤਿਕਾਰ ਦੇਣ ਵਾਲੇ ਲੋਕ ਅੱਜ ਵੀ ਉਹਨਾਂ ਦੇ ਹੱਕ 'ਚ ਖੜੇ ਨੇ, ਉਹਨਾਂ ਨੂੰ ਯਾਦ ਕਰਦੇ ਰਹਿਣਗੇ। ਪਰ ਕਿਤੇ ਨਾ ਕਿਤੇ ਜਿਹੜੇ ਇਸ ਫੀਲਡ ਦੇ ਵਿੱਚ ਹੈਗੇ, ਉਹਨਾਂ ਦੇ ਮਨਾਂ ਨੂੰ, ਭਾਵਨਾਵਾਂ ਨੂੰ ਠੇਸ ਤਾਂ ਪਹੁੰਚੀ ਹੋਵੇਗੀ। ਠੇਸ ਨਿਰਮਲ ਸਿੰਘ, ਸੋਚਣ ਵਾਲੀ ਗੱਲ ਜਗਮੀਤ ਸਿੰਘ ਜੀ, ਜੇ ਐਡੇ ਵੱਡੇ ਰਾਗੀ, ਹਜ਼ੂਰੀ ਰਾਗੀ ਦੇ ਇਹ ਹਾਲਾਤ ਬਣ ਗਏ, ਆਮ ਗ੍ਰੰਥੀ ਸਿੰਘਾਂ ਦੇ ਕੀ ਬੀਤਦੀ ਹੋਵੇਗੀ? ਆਮ ਦੂਜੇ ਜਿਹੜੇ ਪ੍ਰਚਾਰਕ ਆ, ਉਹਨਾਂ ਦੇ ਨਾਲ ਕੀ ਬੀਤਦੀ ਹੋਵੇਗੀ? ਉਹਨਾਂ ਦੇ ਮਨਾਂ ਨੂੰ ਠੇਸ ਤਾਂ ਜ਼ਰੂਰ ਪਹੁੰਚੀ ਹੋਊਗੀ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਗਈਆਂ। ਇੱਕ ਗੱਲ ਹੋਰ ਵੀ ਹੈ, ਜਿਵੇਂ ਗ੍ਰੰਥੀ ਸਿੰਘ ਜਿਹੜਾ ਕਿਤੋਂ ਉੱਚ ਵਿੱਦਿਆ ਹਾਸਲ ਕਰਕੇ ਆਇਆ ਹੁੰਦਾ, ਕਿਸੇ ਸੰਸਥਾਵਾਂ ਤੋਂ ਰਿਹਾ ਹੁੰਦਾ ਜਾਂ ਕਿਤੋਂ ਵੀ ਕੀਤੀ ਹੁੰਦੀ ਆ, ਜਦੋਂ ਉਹਦੀ ਬਣਦੀ ਤਨਖਾਹ ਨਹੀਂ ਮਿਲਦੀ ਤੇ ਦੂਸਰੇ ਪਾਸੇ ਜਿਹੜਾ ਕਿਸੇ ਵਿੱਦਿਆ ਹਾਸਲ ਨਹੀਂ ਕੀਤੀ ਹੁੰਦੀ, ਉਹ ਘੱਟ ਤਨਖਾਹ ਤੇ ਉਹਨੂੰ ਫਿੱਟ ਕਰ ਦਿੱਤਾ ਜਾਂਦਾ। ਤਾਂ ਹੀ ਜਿਹੜਾ ਬਾਣੀ ਦਾ ਪ੍ਰਚਾਰ ਜਿਹੜਾ ਹੋਣਾ ਸੀ, ਸਿੱਖੀ ਦਾ ਪ੍ਰਚਾਰ ਹੋਣਾ ਸੀਗਾ, ਉਹ ਜਿਹੜਾ ਮੇਨ ਅਹੁਦੇਦਾਰ ਹੁੰਦਾ, ਉਹ ਜੋ ਸਹੀ ਜਿਹੜਾ ਸੰਥਿਆ ਲੈ ਕੇ ਹੀ ਨਹੀਂ ਬੈਠਾਗਾ ਤਾਂ ਫਿਰ ਉੱਦਾਂ ਦਾ ਹੀ ਪ੍ਰਚਾਰ ਕਰੂਗਾ। ਜਗਮੀਤ ਸਿੰਘ ਜੀ, ਮੈਂ ਇੱਕੋ ਗੱਲ, ਹਾਥੀ ਦੀ ਪੈੜ 'ਚ ਸਭ ਕੁਝ ਆ ਜਾਂਦਾ। ਜਦੋਂ ਯੋਗ ਥਾਵਾਂ ਤੇ ਅਯੋਗ ਬੰਦੇ ਬਹਿ ਜਾਂਦੇ ਆ, ਉਦੋਂ ਅਹੁਦੇ ਕਰੂਪ ਹੋ ਜਾਂਦੇ ਆ। ਉਹ ਭਾਵੇਂ ਗ੍ਰੰਥੀ ਸਿੰਘ ਦਾ ਅਹੁਦਾ, ਕਿਸੇ ਕਥਾਵਾਚਕ ਦਾ, ਗੁਰੂ ਕੇ ਕੀਰਤਨੀਏ ਦਾ, ਸਿੰਘ ਸਾਹਿਬ ਦਾ, ਪ੍ਰਧਾਨ ਦਾ, ਕਿਸੇ ਵੀ ਯੋਗਤਾ ਵਾਲੀ ਥਾਂ ਤੇ ਜਦੋਂ ਅਯੋਗ ਬੰਦਾ ਬੈਠੂਗਾ, ਉਹ ਅਹੁਦੇ ਨਾਲ ਕਰੂਪ ਹੋਣਾ ਹੀ ਹੁੰਦਾ ਹੈ। ਇਹ ਗੱਲ ਤਾਂ ਜ਼ਰੂਰੀ ਹੈ। ਯੋਗਤਾ ਦੇ ਮੁਤਾਬਕ ਕਿਸੇ ਬੰਦੇ ਨੂੰ ਉੱਤੇ ਬਿਠਾਇਆ ਜਾਣਾ ਤੇ ਚੰਗੀ ਗੱਲ ਆ। ਜਦੋਂ ਅਯੋਗ ਥਾਵਾਂ ਤੇ ਅਯੋਗ ਗਲਤ ਬੰਦੇ ਬੈਠਣਗੇ, ਚਾਹੇ ਉਹਨੂੰ ਗਿਆਨ ਨਹੀਂ ਹੈ,
ਵੀ ਗ੍ਰੰਥੀ ਸਿੰਘ ਦੀ ਵੀ ਗੱਲ ਕਰਦੇ ਆ, ਚਾਹੇ ਆਪਾਂ ਕਿਸੇ ਵੀ ਪ੍ਰਚਾਰਕ ਸ਼੍ਰੇਣੀ ਦੀ ਗੱਲ ਕਰਦੇ ਆ, ਉੱਥੇ ਤਾਂ ਫਿਰ ਉਹ ਮੁਸ਼ਕਲਾਂ ਤਾਂ ਆਉਣਗੀਆਂ, ਗੜਬੜ ਤਾਂ ਹੋਊਗੀ। ਇਹ ਸਾਰਾ ਕੁਝ ਜੋ ਕੁਝ ਹੋ ਰਿਹਾ, ਜਿਵੇਂ ਗ੍ਰੰਥੀ ਸਿੰਘਾਂ ਨੂੰ ਮਾਨ ਸਤਿਕਾਰ ਨਹੀਂ ਮਿਲ ਰਿਹਾਗਾ, ਜਿਵੇਂ ਵੇਰਕਾ ਦੇ ਵਿੱਚ ਸਭ ਕੁਝ ਹੋਇਆ, ਸਭ ਦਾ ਜ਼ਿੰਮੇਵਾਰ ਅਸਲ ਦੋਸ਼ੀ ਕੌਣ ਆ? ਕਿ ਸਿੱਖੀ ਦਾ ਪ੍ਰਚਾਰ ਜਾਂ ਸਿੱਖੀ ਦੀ ਬਾਂਹ ਫੜਨ ਵਾਲਾ ਅਸਲ ਦੋਸ਼ੀ ਕੌਣ ਆ, ਜਿਹਨੇ ਫੜੀ ਨਹੀਂ ਇਸ ਟਾਈਮ 'ਚ ਆ ਕੇ? ਜਗਮੀਤ ਸਿੰਘ ਜੀ, ਇਹ ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ, ਉਹ ਕਹਿਣਗੇ ਵੀ ਕਿਸੇ ਸਿਆਸੀ ਪਾਰਟੀ ਦੀ ਵਿਰੋਧਤਾ ਕਰ ਰਹੇ ਆ, ਚਾਹੇ ਕਿਸੇ ਦੇ ਕਹਿਣ ਤੇ ਬੋਲ ਰਹੇ ਆ। ਇਹਦੇ 'ਚ ਦੋ ਕਾਰਨ ਆ, ਦੋ ਗੱਲਾਂ। ਜ਼ਿੰਮੇਵਾਰ ਜਿਹੜੀ ਸਟੇਟ ਦੀ ਉੱਥੋਂ ਦੀ ਸਰਕਾਰ ਹੁੰਦੀ, ਜਦੋਂ ਕੋਈ ਵੀ ਚੰਗਾ ਹੁੰਦਾ ਤੇ ਸਰਕਾਰ ਨੂੰ ਉਹਦਾ ਲਾਭ ਹੁੰਦਾ, ਕ੍ਰੈਡਿਟ ਮਿਲਦਾ, ਤੇ ਜੇ ਉਹਦੇ ਕਾਰਜਕਾਲ ਦੌਰਾਨ ਕੋਈ ਮਾੜਾ ਹੁੰਦਾ ਤੇ ਸਰਕਾਰ ਹੀ ਜ਼ਿੰਮੇਵਾਰ ਹੁੰਦੀ ਹੈ। ਅੱਜ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਆ, ਉਹਦੇ ਅਹੁਦੇਦਾਰ ਆ, ਜੇ ਸਿੱਖੀ ਲਈ ਚੰਗਾ ਹੋ ਰਿਹਾ ਤੇ ਉਹ ਵਧਾਈ ਦੇ ਪਾਤਰ ਹੋਣਗੇ, ਜੇ ਸਿੱਖ ਕੌਮ ਲਈ ਕੁਝ ਮਾੜਾ ਹੋ ਰਿਹਾ ਤੇ ਉਹਦੀ ਉਹ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ। ਇਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਬਜਟ ਬੜਾ ਵੱਡਾ। ਸ਼੍ਰੋਮਣੀ ਕਮੇਟੀ ਅੱਜ ਤੋਂ ਲਾਗੂ ਕਰੇ ਕਿ ਜਿੰਨੇ ਵੀ ਸਿੱਖ ਪ੍ਰਚਾਰਕ ਆ, ਗ੍ਰੰਥੀ ਸਿੰਘ ਆ, ਗੁਰੂ ਕੇ ਕੀਰਤਨੀਏ ਆ, ਰਾਗੀ ਢਾਡੀ ਆ, ਸਿੱਖੀ ਦਾ ਪ੍ਰਚਾਰ ਕਰ ਰਹੇ ਆ, ਉਹਨਾਂ ਦੇ ਬੱਚਿਆਂ ਦੀ ਅਸੀਂ ਫੀਸ ਫ੍ਰੀ ਕਰਦੇ ਹਾਂ, ਉਹਨਾਂ ਦੀ ਫੈਮਿਲੀ ਦਾ ਅਸੀਂ ਇਲਾਜ ਫ੍ਰੀ। ਜਿਵੇਂ ਹੁਣ ਸਰਕਾਰੀ ਮੁਲਾਜ਼ਮ ਦੇਖੋ ਤੁਸੀਂ, ਸਰਕਾਰਾਂ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਦਿੰਦੀਆਂ। ਹੁਣ ਗ੍ਰੰਥੀ ਸਿੰਘ ਜਦੋਂ ਆਪਾਂ ਪਹਿਲਾਂ ਗੱਲ ਕਰ ਚੁੱਕੇ, ਰਿਟਾਇਰ ਹੁੰਦਾ ਤੇ ਉਹਨੂੰ ਤੇ ਕੁਝ ਵੀ ਨਹੀਂ ਮਿਲਦਾ ਜੀ। ਉਹਦਾ ਤਾਂ ਬੱਚਿਆਂ ਦੇ ਇਲਾਜ ਦਾ ਫਿਕਰ, ਪੜ੍ਹਾਈ ਦਾ ਫਿਕਰ। ਸ਼੍ਰੋਮਣੀ ਕਮੇਟੀ ਗ੍ਰੰਥੀ ਸਿੰਘਾਂ ਦਾ, ਗੁਰੂ ਕੇ ਕੀਰਤਨੀਆਂ ਦਾ, ਰਾਗੀ ਢਾਡੀਆਂ ਦਾ ਪਹਿਲਾਂ ਤਾਂ ਬੱਚਿਆਂ ਦੀ ਪੜ੍ਹਾਈ ਫ੍ਰੀ, ਇਲਾਜ ਫ੍ਰੀ। ਜਦੋਂ ਉਹਨਾਂ ਦੇ ਬੱਚਿਆਂ ਦੇ ਵਿਆਹ ਸ਼ਾਦੀਆਂ, ਲੜਕੀ ਦੇ ਆਨੰਦ ਕਾਰਜ ਆ, ਉਹਦਾ ਪ੍ਰਬੰਧ ਕਰਨਾ। ਜੇ ਕਿਸੇ ਪ੍ਰਚਾਰਕ ਕੋਲੇ ਉਹਦੇ ਘਰ-ਬਾਰ ਨਹੀਂ ਹੈ, ਉਹਦਾ ਘਰ-ਬਾਰ ਬਣਾ ਕੇ ਦੇਣਾ। ਤੇ ਮੈਨੂੰ ਲੱਗਦਾ ਸਿੱਖੀ ਬਹੁਤ ਛੇਤੀ ਚੜ੍ਹਦੀ ਕਲਾ ਵਿੱਚ ਜਾਵੇਗੀ। ਜੇ ਜਗਮੀਤ ਸਿੰਘ ਜੀ ਅੱਜ ਸ਼੍ਰੋਮਣੀ ਕਮੇਟੀ ਦੋ ਗੱਲਾਂ ਵੱਲ ਧਿਆਨ ਦੇ ਦੇਵੇ, ਇੱਕ ਇਲਾਜ ਵਾਲੇ ਪਾਸੇ ਤੇ ਇੱਕ ਪੜ੍ਹਾਈ ਵਾਲੇ ਪਾਸੇ। ਇਕੱਲੇ ਪ੍ਰਚਾਰਕਾਂ ਦੀ ਗੱਲ ਨਹੀਂ ਕਰਦਾ ਮੈਂ, ਚਲੋ ਪ੍ਰਚਾਰਕਾਂ ਵਾਲੇ ਹੋਣਾ ਜ਼ਰੂਰੀ ਹੈ, ਉਹ ਗੁਰੂ ਦੀ ਗੱਲ ਕਰ ਰਹੇ ਆ, ਉਸ ਇੱਕ ਅੰਗ ਆ ਸਾਡਾ ਪ੍ਰਚਾਰਕ, ਉਹ ਸਿੱਖੀ ਨੂੰ ਪ੍ਰਫੁੱਲਤ ਕਰ ਰਹੇ ਆ, ਇਹ ਹੋਣਾ ਜ਼ਰੂਰੀ ਹੈ। ਪਰ ਜੇ ਕਿਤੇ ਸ਼੍ਰੋਮਣੀ ਕਮੇਟੀ, ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਆਗੂਆਂ ਨੂੰ ਮਹਾਰਾਜ ਸਮੱਤ ਦੇਣ, ਇੱਧਰਲੇ ਪਾਸੇ ਤੁਰ ਪੈਣ, ਆਪਣੇ ਪਰਿਵਾਰਾਂ ਤੋਂ ਵੀ ਜਿਹੜਾ ਆਪਣਾ ਭਾਈ ਭਤੀਜਾ ਪੁੱਤਰਵਾਦ ਵੇਖਿਆ ਵੀ ਹੁਣ ਤਾਂ ਹਰੇਕ ਬੰਦਾ ਇਹ ਚਾਹੁੰਦਾ ਨਾ ਕਿਸੇ ਵੀ ਸੰਸਥਾ ਦੇ ਵਿੱਚ ਬੈਠਾ ਕਿ ਮੇਰਾ ਓੜਮਾ ਕੋੜਮਾ ਹੀ ਉਹਦੇ ਵਿੱਚ ਮੈਂ ਆਪਣੇ ਫਿੱਟ ਕਰਾਂ ਪਰਿਵਾਰ ਨੂੰ, ਉੱਥੇ ਸਾਡੇ ਮੁਲਾਜ਼ਮ ਹੋਣ। ਉਹ ਪੰਥ ਵਸੇ ਮੈਂ ਜਿਹੜਾ ਮਨ ਚਾਹੋ ਘਨੇਰਾ ਵਾਲੀ ਗੱਲ ਲੈ ਕੇ ਚੱਲਣ, ਤਾਂ ਉਹ ਕੀ ਕਰਨਾ ਕਿ ਹਰੇਕ ਜ਼ਿਲ੍ਹੇ ਵਿੱਚ ਜਿਵੇਂ ਜਿਵੇਂ ਆਪਣੇ ਜ਼ਿਲ੍ਹੇ ਆ, ਇੱਕ ਕੋਈ ਪੜ੍ਹਾਈ ਦਾ ਕੇਂਦਰ, ਕੋਈ ਸਕੂਲ, ਕੋਈ ਹਸਪੀਟਲ ਦਾ ਪ੍ਰਬੰਧ ਕਰਨ। ਤੇ ਮੈਨੂੰ ਲੱਗਦਾ ਪੂਰਾ ਪੰਜਾਬ ਹੀ ਸਿੱਖੀ ਚੜ੍ਹਦੀ ਕਲਾ ਵਿੱਚ ਹੋਵੇਗੀ। ਜਿਹੜੇ ਨੌਜਵਾਨ ਪਤਿਤ ਹੋਏ ਆ, ਜਿਹੜੇ ਸਿੱਖ ਪਤਿਤ ਹੋ ਕੇ ਡੇਰਿਆਂ ਨਾਲ ਜੁੜ ਗਏ ਆ, ਮਨਮਤ ਵਾਲੇ ਪਾਸੇ ਚਲੇ ਗਏ ਆ, ਉਹ ਸਾਰੇ ਹੀ ਮੁੜ ਕੇ ਸਿੱਖੀ ਵਿੱਚ ਸ਼ਾਮਲ ਹੋ ਜਾਣਗੇ ਜੇ ਸ਼੍ਰੋਮਣੀ ਕਮੇਟੀ ਇਲਾਜ ਤੇ ਪੜ੍ਹਾਈ ਦਾ ਪ੍ਰਬੰਧ ਕਰੇ। ਸ਼੍ਰੋਮਣੀ ਕਮੇਟੀ 'ਚ ਪੜ੍ਹਾਈ ਦੀ ਗੱਲ ਕੀਤੀ ਹੈ, ਜਿਵੇਂ ਮੁਕਤਸਰ ਸਾਹਿਬ ਵੀ ਸਾਡੇ ਕਾਲਜ ਹੈਗਾ, ਉਹ ਹੋਰਨਾਂ ਕਾਲਜਾਂ ਨਾਲੋਂ ਵੱਧ ਜਿਹੜਾ ਖਰਚਾ ਲੈ ਰਹੀ ਆ, ਫੀਸਾਂ ਜਿਹੜੀਆਂ ਜ਼ਿਆਦੀਆਂ ਹੈਗੀਆਂ ਨੇ, ਪੜ੍ਹਾਈ ਫ੍ਰੀ ਕਰਨੀ ਤਾਂ ਦੂਰ ਦੀ ਗੱਲ। ਬੜੀ ਮੰਦਭਾਗੀ ਘਟਨਾ ਹੈ ਜੀ। ਫਿਰ ਅਸੀਂ ਵੇਖੋ, ਤੁਸੀਂ ਪੁਰਾਤਨ ਇਤਿਹਾਸ ਪੜ੍ਹੋ ਜਗਮੀਤ ਸਿੰਘ ਜੀ, ਕਿਤੇ ਸਾਡੇ ਦੇਸ਼ ਦੇ ਵਿੱਚ ਸਾਡੇ ਜੱਜ, ਹੁਣ ਤੁਸੀਂ ਜਿਵੇਂ ਆਪਾਂ ਕਪੂਰ ਸਿੰਘ ਦਾ ਵੇਖੋ, ਡੀਸੀ ਸੀ, ਵੱਡੇ ਵੱਡੇ ਅਹੁਦਿਆਂ ਤੇ ਸੀ, ਸਿੱਖ ਚੰਗੇ ਚੰਗੇ ਰੁਤਬਿਆਂ ਤੇ ਸੀ। ਅੱਜ ਸਿੱਖਾਂ ਦੇ ਬੱਚੇ ਕੀ ਆ, ਯੂਪੀ ਤੋਂ, ਚਲੋ ਉਹ ਯੂਪੀ ਹੈ, ਚਾਹੇ ਕੋਈ ਹੋਰ ਸਟੇਟ ਤੋਂ ਵਿੱਚੋਂ ਸਾਡੇ ਇੱਥੇ ਡੀਸੀ ਲੱਗਦਾ, ਐਸਐਸਪੀ ਹੋਰ। ਚਲੋ ਇਹ ਨਹੀਂ ਕਹਿ ਸਕਦੇ, ਸਾਡੇ ਸਿੱਖ ਬੱਚੇ ਵੀ ਪੜ੍ਹ ਰਹੇ ਆ, ਵਿਦੇਸ਼ਾਂ ਵਿੱਚ ਮੱਲਾ ਮਾਰ ਰਹੇ ਆ, ਸਾਡੇ ਵਿਦੇਸ਼ਾਂ ਵਿੱਚ ਮੰਤਰੀ ਆ, ਵੱਡੇ ਵੱਡੇ ਰੁਤਬਿਆਂ ਤੇ ਆ। ਪਰ ਪੰਜਾਬ ਦੇ ਹਾਲਾਤ ਵੇਖੋ, ਬਹੁਤੇ ਤੁਸੀਂ ਵੇਖ ਲਓ, ਬਹੁਤੇ ਪੰਜਾਬ ਕਿਸਾਨੀ ਨਾਲ ਜੁੜੇ ਆ, ਚਾਹੇ ਉਹ ਖੇਤੀ ਦਾ ਕੰਮ ਕਰਦੇ, ਚਾਹੇ ਸਾਡੇ ਬਹੁ ਗਿਣਤੀ ਜਿਹੜੇ ਲੋਕ ਆ ਉਹ ਨਿੱਕੇ ਮੋਟੇ ਅਹੁਦਿਆਂ ਤੇ ਆ। ਕਿਉਂਕਿ ਜੇ ਸਾਡੇ ਇੱਥੇ ਪੜ੍ਹਾਈ ਫ੍ਰੀ ਹੋਵੇ, ਸਾਡੇ ਸਕੂਲ ਕਾਲਜ ਇੰਜੀਨੀਅਰ, ਮਤਲਬ ਸਾਡੇ ਬੱਚੇ ਜੱਜ ਬਣਨ, ਵਕੀਲ ਬਣਨ, ਚੰਗੇ ਚੰਗੇ ਪੋਸਟਾਂ ਤੇ ਜਾਣ, ਤੇ ਇਹ ਵੀ ਸਿੱਖੀ ਦਾ ਪ੍ਰਚਾਰ ਆ। ਪਰ ਇਹ ਸ਼੍ਰੋਮਣੀ ਕਮੇਟੀ ਕਰ ਸਕਦੀ, ਉਹਦਾ ਬਜਟ ਬਹੁਤ ਵੱਡਾ, ਇੱਧਰ ਧਿਆਨ ਦੇਵੇ ਤੇ ਇਹ ਵੀ ਇੱਕ ਮੈਂ ਸੋਚਦਾ ਪੰਥ ਦੀ ਔਰ ਸਿੱਖੀ ਦੀ ਬਹੁਤ ਵੱਡੀ ਸੇਵਾ। ਇੱਕ ਹੋਰ ਮਸਲਾ ਹੈਗਾ, ਜਿਵੇਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ 'ਤੇ ਹਮਲਾ ਹੋਣਾ, ਗੁਰਦੁਆਰਾ ਸਾਹਿਬ 'ਤੇ ਹਮਲਾ ਹੋਣਾ, ਉਹਨਾਂ ਦੇ ਕਿੰਨੇ ਜਿਹੜੇ ਜੀ ਮਾਰੇ ਗਏ, ਉੱਥੇ ਪਰਿਵਾਰ ਮਾਰੇ ਗਏ ਉਹਨਾਂ ਦੇ, ਪਰ ਉਸ ਦੀ ਵੀ ਜਿਹੜੀ ਚੱਜ ਤਰ੍ਹਾਂ ਕਿਸੇ ਨੇ ਸਾਰ ਨਹੀਂ ਲਈ ਗਈ। ਹਾਂ ਦਾ ਨਾਰਾ ਜ਼ਰੂਰ ਮਾਰਿਆ ਇੱਥੇ ਬੈਠਿਆਂ ਨੇ, ਪਰ ਉਹਨਾਂ ਦੀ ਜਿਹੜੀ ਦੇਖਭਾਲ ਜਾਂ ਉਹਨਾਂ ਨੂੰ ਸੇਫ ਥਾਂ 'ਤੇ ਪਹੁੰਚਾਉਣਾ ਅਜੇ ਤੱਕ ਕਿਸੇ ਨੇ ਪੂਰੀ ਜ਼ਿੰਮੇਵਾਰੀ ਨਹੀਂ ਲਈ। ਜਗਮੀਤ ਸਿੰਘ ਜੀ, ਅਸਲ ਵਿੱਚ ਜਿੰਨਾ ਕੁ ਉਹਦੇ ਬਾਰੇ ਮੈਨੂੰ ਜਾਣਕਾਰੀ ਆ ਕਿ ਉਹ ਸਿੱਖ ਚਾਹੁੰਦੇ ਕਿ ਅਸੀਂ ਹੁਣ, ਸਾਡਾ ਇੱਥੇ ਦਮ ਘੁੱਟ ਰਿਹਾ ਹੈ ਅਫਗਾਨਿਸਤਾਨ ਦੇ ਵਿੱਚ, ਕਿ ਸਾਨੂੰ ਇੱਥੇ ਬਹੁਤ ਖਤਰਾ ਕਿਸੇ ਵੇਲੇ ਵੀ, ਕਿਉਂਕਿ ਪਾਕਿਸਤਾਨ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਉੱਥੇ ਬਹੁਤ ਜ਼ਿਆਦਾ ਜਾਣੀ ਕਿ ਵਿਸਫੋਟ ਹੁੰਦੇ ਆ, ਪਤਾ ਨਹੀਂ ਕਿਹੜੇ ਵੇਲੇ ਕਦੋਂ ਕਿ ਹਾਦਸਾ ਵਾਪਰ ਜਾਣਾ। ਤੇ ਉਹ ਸਿੱਖ ਬੜੇ ਡਰ ਦੇ ਮਾਹੌਲ ਵਿੱਚ ਰਹਿ ਰਹੇ। ਉਹਨਾਂ ਨੇ ਮੰਗ ਕੀਤੀ ਹੈ ਭਾਰਤ ਸਰਕਾਰ ਕੋਲੋਂ, ਸ਼੍ਰੋਮਣੀ ਕਮੇਟੀਆਂ, ਦਿੱਲੀ ਕਮੇਟੀ ਹੈ, ਅੰਮ੍ਰਿਤਸਰ, ਇਹਨਾਂ ਕੋਲੋਂ
ਕਿ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਕੋਲੋਂ ਕਿਵੇਂ ਨਾ ਕਿਵੇਂ ਸਾਨੂੰ ਤੁਸੀਂ ਇੱਥੇ ਭਾਰਤ ਵਿੱਚ ਲੈ ਕੇ ਆਓ, ਤੇ ਭਾਰਤ ਵਿੱਚੋਂ ਵੀ ਜ਼ਿਆਦਾ ਉਹ ਕਹਿੰਦੇ ਕਿ ਸਾਨੂੰ ਅਸੀਂ ਦਿੱਲੀ ਨੂੰ ਪਸੰਦ ਕਰਦੇ ਆ। ਤੇ ਦਿੱਲੀ ਕਮੇਟੀ ਨੇ ਵੀ ਕਿਹਾ ਕਿ ਅਸੀਂ ਉਹਨਾਂ ਦਾ ਪ੍ਰਬੰਧ ਕਰਾਂਗੇ ਤੇ ਉਹਨਾਂ ਨੂੰ ਘਰ-ਬਾਰ ਰਹਿਣ ਬਹਿਣ ਅਸੀਂ ਪ੍ਰਬੰਧ ਕਰਾਂਗੇ। ਤੇ ਮੈਂ ਸੋਚਦਾ ਜੇ ਦਿੱਲੀ ਕਮੇਟੀ ਇਹ ਕੰਮ ਕਰਦੀ ਹੈ ਤੇ ਉਹ ਵਧਾਈ ਦੇ ਪਾਤਰ, ਕਿਉਂਕਿ ਜਿਹੜੀ ਚੰਗੀ ਗੱਲ ਆ ਉਹ ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ, ਕੋਈ ਵੀ ਹੈ। ਤੇ ਦਿੱਲੀ ਕਮੇਟੀ ਨੇ ਕਿਹਾ, ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ। ਤੇ ਆ ਹੁਣ ਥੋੜਾ ਜਿਹਾ ਕਰੋਨਾ ਵਾਇਰਸ ਕਰਕੇ ਗੱਲ ਦਬ ਗਈ ਹੈ, ਤੇ ਉਹਨਾਂ ਸਿੱਖਾਂ ਨੂੰ ਜਿੰਨਾ ਵੀ ਜਲਦੀ ਹੋ ਸਕੇ ਉਹ ਭਾਰਤ ਵਿੱਚ ਜਿੱਥੇ ਰਹਿਣਾ ਚਾਹੁੰਦੇ ਆ ਤੇ ਉਹ ਵਧੀਆ ਆਪਣੀ ਅਮਨ ਚੈਨ ਨਾਲ ਜ਼ਿੰਦਗੀ ਬਤੀਤ ਕਰ ਸਕਣ, ਸਾਨੂੰ ਲਿਆਉਣਾ ਚਾਹੀਦਾ। ਇਹ ਹਮਲਾ ਹੋਣਾ ਤੇ ਇੱਕ ਚਲੋ ਠੀਕ ਹੈ, ਹਮਲੇ ਬੜੀਆਂ ਥਾਵਾਂ ਤੇ ਹੁੰਦੇ ਆ, ਪਰ ਜਦੋਂ ਗੁਰੂ ਧਾਮ ਤੇ ਹਮਲਾ ਹੋਇਆ ਨਾ, ਉੱਥੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਬੈਠੀ ਸੀ, ਕੋਈ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਜਾਂ ਇੱਦਾਂ ਦਾ ਕੁਝ ਸੀਗਾ, ਜਦੋਂ ਇੱਦਾਂ ਦਾ ਹੋਣਾ ਇਹ ਨਹੀਂ ਲੱਗਦਾ ਕਿ ਜਿੱਥੇ ਬਾਹਰ ਸਾਡੇ ਸਿੱਖ ਘੱਟ ਗਿਣਤੀ ਦੇ ਵਿੱਚ ਬੈਠੇ ਨੇ ਉਹ ਖਤਰੇ ਦੇ ਵਿੱਚ ਨੇ? ਵੈਸੇ ਜਗਮੀਤ ਸਿੰਘ ਜੀ, ਜਿਹੜੀ ਖਤਰੇ ਦੀ ਗੱਲ ਕਰੋ, ਘੱਟ ਗਿਣਤੀ ਇਕੱਲਾ ਪਾਕਿਸਤਾਨ ਦੀ, ਆਪਾਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਇਕੱਲੇ ਅਫਗਾਨਿਸਤਾਨ ਦੀ ਗੱਲ ਨਹੀਂ ਹੈ। ਘੱਟ ਗਿਣਤੀ ਨੂੰ ਹਮੇਸ਼ਾ ਹੀ ਬਹੁ ਗਿਣਤੀ ਤੋਂ ਖਤਰਾ ਹੁੰਦਾ। ਇਹ ਗੱਲ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੀ ਦੇਖਿਆ ਹੋਣਾ, ਹੈ ਨਾ, ਕਿ ਘੱਟ ਗਿਣਤੀ ਨੂੰ ਹਮੇਸ਼ਾ, ਭਾਵੇਂ ਉਹ ਭਾਰਤ ਵਿੱਚ ਆ, ਆਜ਼ਾਦ ਭਾਰਤ ਹੋਇਆ ਨਾ ਕਿ ਸਿੱਖ ਹੋਏ, ਆਜ਼ਾਦ ਭਾਰਤ ਵਿੱਚ ਮੈਂ ਤਾਂ ਕਹਿੰਦਾ ਸਿੱਖ ਕੌਮ ਗੁਲਾਮ ਆ। ਇੱਥੇ ਵੀ ਸਾਨੂੰ ਖਤਰਾ, ਉੱਥੇ ਅਫਗਾਨਿਸਤਾਨ ਦੇ ਵਿੱਚ ਸਾਡੀ ਘੱਟ ਗਿਣਤੀ, ਸਾਨੂੰ ਉੱਥੇ ਵੀ ਖਤਰਾ। ਔਰ ਇਹ ਤਾਂ ਮੋਹਨ ਭਾਗਵਤ RSS ਦਾ ਮੁਖੀ, ਉਹਦਾ ਵੀ ਬਿਆਨ ਸੀ, ਉਹ ਕਹਿੰਦਾ ਵੀ ਜਿਹੜੀਆਂ ਵੱਡੀਆਂ ਕੌਮਾਂ ਛੋਟੀਆਂ ਨੂੰ ਖਾ ਜਾਂਦੀਆਂ, ਉਹਦਾ ਇੱਕ ਨਿਸ਼ਾਨਾ ਕੀ ਸੀ ਕਿ ਅਸੀਂ ਜਿਹੜਾ ਹਿੰਦੁਸਤਾਨ, ਭਾਰਤ ਵਿੱਚ ਹਿੰਦੂਆਂ ਦੀ ਬਹੁ ਗਿਣਤੀ ਆ, ਜਿਵੇਂ ਇਹਦੇ ਵਿੱਚ ਸਿੱਖ ਆ, ਮੁਸਲਮਾਨ ਆ, ਈਸਾਈ ਆ, ਅਸੀਂ ਉਹਨਾਂ ਨੂੰ ਖਤਮ ਕਰ ਦੇਣਾ, ਹਿੰਦੂ ਰਾਸ਼ਟਰ ਬਣਾਉਣਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਮੋਹਨ ਭਾਗਵਤ ਦਾ ਬਿਆਨ, ਸ਼ਾਇਦ ਤੁਸੀਂ ਵੀ ਪੜ੍ਹਿਆ ਚਾਹੇ ਸੁਣਿਆ ਹੋਵੇਗਾ। ਤੇ ਇਸੇ ਜਗਮੀਤ ਸਿੰਘ ਦੀ ਗੱਲ ਕਰ ਰਹੇ ਸੀ ਵੀ ਕਿ ਮੋਹਨ ਭਾਗਵਤ ਦਾ ਬਿਆਨ ਤੁਸੀਂ ਵੀ ਸੁਣਿਆ ਹੋਵੇਗਾ ਚਾਹੇ ਪੜ੍ਹਿਆ ਹੋਵੇਗਾ। ਘੱਟ ਗਿਣਤੀ, ਭਾਰਤ ਵਿੱਚ ਵੀ ਘੱਟ ਗਿਣਤੀ ਨੂੰ ਖਤਰਾ, ਸਿੱਖਾਂ ਨੂੰ ਖਤਰਾ, ਇੱਥੇ ਈਸਾਈਆਂ ਨੂੰ ਖਤਰਾ, ਮੁਸਲਮਾਨਾਂ ਨੂੰ ਖਤਰਾ। ਅਫਗਾਨਿਸਤਾਨ ਦੇ ਵਿੱਚ ਕੀ ਜਿਹੜੇ ਅਫਗਾਨੀ ਲੋਕ ਆ ਉਹ ਲੋਕ ਬਹੁਤ ਵਧੀਆ, ਪਰ ਜਿਹੜੇ ਇਸ ਲਾਈਨ ਤੇ ਤੁਰਦੇ ਆ, ਪਹਿਲੀ ਗੱਲ ਤਾਂ ਜਿਹੜੇ ਮਨੁੱਖਤਾ ਨੂੰ ਮਾਰਨਾ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਨੰਬਰ 1 ਤੇ, ਉਹ ਭਾਵੇਂ ਕਿਸੇ ਵੀ ਦੇਸ਼ ਵਿੱਚ, ਕਿਸੇ ਸਟੇਟ ਵਿੱਚ ਰਹਿੰਦੇ ਹੋਣ। ਦੂਜੀ ਗੱਲ ਕਿ ਜਿਹੜੇ ਉੱਥੋਂ ਦੇ ਅਫਗਾਨਿਸਤਾਨ ਦੇ ਵਿੱਚ ਸਿੱਖ ਆ, ਭਾਵੇਂ ਉੱਥੇ ਹਿੰਦੂ ਆ, ਭਾਵੇਂ ਈਸਾਈ ਆ, ਉਹਨਾਂ ਨੂੰ ਵੀ ਉੱਥੇ ਖਤਰਾ। ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਸਟੇਟ ਵਿੱਚ, ਕਿਸੇ ਵੀ ਪਿੰਡ ਵਿੱਚ, ਕਿਤੇ ਵੀ ਕੋਈ ਕਿਸੇ ਖਿੱਤੇ ਵਿੱਚ ਰਹਿ ਰਿਹਾ ਹੋਵੇ, ਹਮੇਸ਼ਾ ਬਹੁ ਗਿਣਤੀ ਤੋਂ ਘੱਟ ਗਿਣਤੀ ਨੂੰ ਖਤਰਾ ਹੁੰਦਾ ਜੀ। ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਉਣਾ ਫਰਜ਼ ਬਣਦਾ ਸਾਰਿਆਂ ਦਾ। ਹਾਂ, ਇਹ 'ਚ ਸ਼੍ਰੋਮਣੀ ਕਮੇਟੀ ਔਰ ਜਿੰਨੀਆਂ ਵੀ ਸਿੱਖ ਸੰਸਥਾਵਾਂ, ਇੱਥੋਂ ਦੀ ਸਟੇਟ ਆ, ਸਾਡੀ ਸਟੇਟ ਦੀ ਸਰਕਾਰ ਆ, ਸਾਡੀ ਸੈਂਟਰ ਦੀ ਸਰਕਾਰ ਆ, ਕਿ ਇੱਕ ਵੇਖੋ ਜਿਹੜਾ ਸਿੱਖ ਧਰਮ ਆ, ਅਸੀਂ ਤੇ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੇ ਆ। ਤੇ ਅੱਜ ਸਾਡੇ ਜਿਹੜੇ ਭਰਾ ਅਫਗਾਨਿਸਤਾਨ ਦੇ ਵਿੱਚ ਬਹੁਤ ਹੀ ਮੁਸੀਬਤ ਦੀ ਘੜੀ ਵਿੱਚ, ਦੁੱਖ ਦੀ ਘੜੀ ਵਿੱਚ, ਉਹਨਾਂ ਨੂੰ ਵੀ ਬੜੇ ਵਧੀਆ ਤਰੀਕੇ ਨਾਲ, ਇੱਜ਼ਤ ਮਾਨ ਸਤਿਕਾਰ ਨਾਲ ਇੱਥੇ ਪੰਜਾਬ ਵਿੱਚ ਲੈ ਕੇ ਆਉਣਾ ਸਾਡਾ ਫਰਜ਼ ਹੈ। ਹੈਰਾਨਗੀ ਦੀ ਗੱਲ ਨਹੀਂ, ਕਦੇ ਅਫਗਾਨਿਸਤਾਨ ਦੇ ਕਾਬਲ ਕੰਧਾਰ ਤੱਕ ਰਾਜ ਹੁੰਦਾ ਸੀ ਤੇ ਅੱਜ ਉੱਥੇ ਸਿੱਖ ਸੇਫ ਨਹੀਂ? ਬੜੀ ਦੁੱਖ ਦੀ ਗੱਲ ਹੈ ਜੀ, ਕਿੱਥੇ ਕਿ ਸਾਡਾ ਜਿਹੜਾ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਸੀਗਾ, ਔਰ ਇਤਿਹਾਸ ਹੈ ਸਾਡਾ, ਪਰ ਸਾਡੇ ਆਪਣਿਆਂ ਦੀਆਂ ਗਲਤੀਆਂ ਕਾਰਨ ਕਰਕੇ, ਔਰ ਵਾਰ-ਵਾਰ ਗਲਤੀਆਂ ਹੋਈਆਂ, ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ, ਭਾਵੇਂ ਉਹ 1947 ਦੇ ਵਿੱਚ ਕੋਈ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ, ਵਿਸ਼ਵਾਸਘਾਤ ਹੋਇਆ, ਔਰ ਆਪਣੇ ਦੀਆਂ ਗਲਤੀਆਂ ਕਰਕੇ ਜੋ ਅਸੀਂ ਸੰਤਾਪ, ਅੱਜ ਅਸੀਂ ਕੌਮ, ਇਕੱਲੇ ਅਫਗਾਨਿਸਤਾਨ ਦੀ ਕੀ ਗੱਲ ਕਰਾਂ ਜਗਮੀਤ ਸਿੰਘ ਜੀ, ਇੱਥੇ ਵੀ ਬਹੁਤ ਜ਼ਿਆਦਾ ਭਾਰਤ ਵਿੱਚ ਵੀ ਸੰਤਾਪ ਭੋਗ ਰਹੇ ਹਾਂ। ਇਹ ਸਨ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਜਿਵੇਂ ਗੱਲ ਕੀਤੀ ਕਿ ਜਿਵੇਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ, ਸਿੱਖੀ ਦਾ ਪ੍ਰਚਾਰ ਜਿਹੜਾ ਘੱਟ ਹੋ ਰਿਹਾ, ਉਸ ਦਾ ਮੇਨ ਕਾਰਨ ਇਹ ਹੀ ਹੈ ਕਿ ਜਿਹੜੀਆਂ ਇੱਥੋਂ ਦੀਆਂ ਸੰਸਥਾਵਾਂ ਨੇ ਵੱਡੀਆਂ, ਉਹ ਜਿਹੜੇ ਛੋਟੇ ਪ੍ਰਚਾਰਕ ਨੇ ਜਾਂ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਗ੍ਰੰਥੀ ਸਿੰਘ ਹੀ ਕਿਉਂ ਨਾ, ਉਹਨਾਂ ਦੀ ਜਿਹੜੀ ਚੱਜ ਨਾਲ ਬਾਂਹ ਨਹੀਂ ਫੜੀ ਜਾਂਦੀ। ਜਿਵੇਂ ਅਫਗਾਨਿਸਤਾਨ ਦੇ ਵਿੱਚ ਹਮਲਾ ਹੋਇਆ ਸੀ, ਉੱਥੋਂ ਦੇ ਜਿਹੜੇ ਸਿੱਖ ਆ ਪੂਰੀ ਤਰ੍ਹਾਂ ਸੇਫ ਨਹੀਂ, ਕਿਉਂਕਿ ਉਹਨਾਂ ਨੂੰ ਵੀ ਪੂਰੀ ਸੁਰੱਖਿਅਤ ਥਾਂ 'ਤੇ ਪਹੁੰਚਾਉਣਾ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਹੈ, ਦਿੱਲੀ ਕਮੇਟੀ ਦਾ ਫਰਜ਼ ਬਣਦਾ, ਭਾਰਤ ਸਰਕਾਰ ਦਾ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਰਜ਼ ਬਣਦਾ ਹੈ ਕਿ ਉਹ ਉਹਨਾਂ ਨੂੰ ਉੱਥੋਂ ਸੇਫ ਜਗ੍ਹਾ ਦੇ ਵਿੱਚ ਲੈ ਕੇ ਆਉਣ। ਪਰ ਹੈਰਾਨਗੀ ਦੀ ਗੱਲ ਇਹ ਵੀ ਆ ਕਿ ਜਿੱਥੇ ਸਾਡਾ ਰਾਜ ਹੁੰਦਾ ਸੀ, ਉੱਥੋਂ ਸਾਨੂੰ ਅੱਜ ਘਰ ਵਾਪਸੀ ਕਰਕੇ ਆਪਦੇ ਘਰ ਵਿੱਚ ਆਉਣਾ, ਕਿਉਂਕਿ ਉੱਥੇ ਅਸੀਂ ਅੱਜ ਸੇਫ ਨਹੀਂ ਗਏ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।